ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੀ ਹਾਂ ਤੁਹਾਨੂੰ ਕਹਾਣੀਆਂ ਵਧੀਆ ਲੱਗਦੀਆਂ ਹੋਣਗੀਆਂ ਤੇ ਅੱਜ ਦੀ ਕਹਾਣੀ ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਬੰਦਾ ਮਾੜੇ ਕੰਮ ਕਰਦਾ ਹੈ ਉਸ ਨੂੰ ਨਰਕ ਮਿਲਦਾ ਹੈ। ਇਹ ਵੀ ਸੁਣਿਆ ਕਿ ਮਾੜੇ ਕਰਮ ਕਰਨ ਵਾਲਾ ਬੰਦਾ ਜਦ ਮਰਦਾ ਹੈ ਤਾਂ ਯਮਰਾਜ ਉਸ ਨੂੰ ਨਰਕਾਂ ਵਿੱਚ ਲੈ ਜਾਂਦਾ ਹੈ। ਜਮਦੂਤ ਉਸ ਨੂੰ ਸਜ਼ਾ ਦਿੰਦਾ ਹੈ। ਇਹ ਸਭ ਤਾਂ ਗੱਲਾਂ ਹਨ। ਕਿਹੜਾ ਬੰਦਾ ਮਰਨ ਤੋਂ ਬਾਅਦ ਵਾਪਸ ਆਇਆ ਹੈ? ਕਦੇ ਕਿਸੇ ਨੇ ਦੱਸਿਆ ਕਿ ਉਸ ਨਾਲ ਕੀ ਹੁੰਦਾ ਹੈ? ਜਦ ਬੰਦੇ ਦੀ ਮੌਤ ਹੁੰਦੀ ਹੈ ਤਾਂ ਸ਼ਮਸ਼ਾਨ ਭੂਮੀ ਵਿੱਚ ਉਸ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ। ਮਿੱਟੀ ਦਾ ਭਾਂਡਾ ਤੋੜ ਦਿੱਤਾ ਜਾਂਦਾ ਹੈ। ਨਰਕ ਸਵਰਗ ਕਰਮਾਂ ਦਾ ਫਲ ਪੂਰੇ ਦਾ ਪੂਰਾ ਇਤਿਹਾਸ ਤਸਵੀਰਾਂ ਰਾਹੀਂ ਤੇ ਅੱਖਰਾਂ ਵਿੱਚ ਲਿਖਿਆ ਹੁੰਦਾ ਹੈ। ਇਹ ਤਾਂ ਮੌਤ ਦੇ ਬਾਅਦ ਦੀਆਂ ਗੱਲਾਂ ਹਨ। ਜਿਉਂਦੇ ਜੀ ਨਰਕ ਇਹ ਤਾਂ ਇਨਸਾਨ ਦੀ ਕਿਸਮਤ ਵਿੱਚ ਹੁੰਦਾ ਹੈ। ਪਿਛਲੇ ਮਾੜੇ ਕਰਮ ਕੀਤੇ ਹੋਣ ਤਾਂ ਹੀ ਉਸ ਨੂੰ ਇਸ ਦੀ ਸਜ਼ਾ ਮਿਲਦੀ ਹੈ। ਮੌਤ ਤੋਂ ਬਾਅਦ ਨਰਕ ਮਿਲਦਾ ਹੈ ਜਾਂ ਨਹੀਂ, ਇਸ ਬਾਰੇ ਤਾਂ ਸਾਧੂ ਸੰਤ ਸਿਆਣੇ ਹੀ ਦੱਸ ਸਕਦੇ ਨੇ। ਰਣਜੀਤ ਸਿੰਘ ਜਿਉਂਦੇ ਜੀ ਨਰਕ ਭੋਗ ਰਿਹਾ ਸੀ। ਇੰਨਾ ਕਲੇਸ਼ ਜ਼ਿੰਦਗੀ ਵਿੱਚ ਭੋਗਣਾ ਪਵੇਗਾ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਕਹਿੰਦੇ ਹਨ ਮੁਕੱਦਮਾ ਤੇ ਬਿਮਾਰੀ ਘਰਾਂ ਦੇ ਘਰ ਧੋ ਦਿੰਦੀ ਹੈ। ਪਹਿਲਾਂ ਪਹਿਲ ਜਨਾਨੀ ਦੀ ਬਿਮਾਰੀ, ਫਿਰ ਡਿਲੀਵਰੀ ਤੋਂ ਬਾਅਦ ਇੱਕ ਤੋਂ ਬਾਅਦ ਇੱਕ 3 ਮੁੰਡਿਆਂ ਦੀ ਮੌਤ। ਮੁਕੱਦਮਾ ਤਾਂ ਜੱਟ ਦੀ ਜਨਮ ਕੁੰਡਲੀ ਵਿੱਚ ਹੀ ਲਿਖਿਆ ਹੁੰਦਾ। ਜੱਟ ਦੀ ਜ਼ਿੰਦਗੀ ਤਾਂ ਮੁਕੱਦਮਿਆਂ ਵਿੱਚ ਹੀ ਲੰਘ ਜਾਂਦੀ ਹੈ ਅਤੇ ਮੁਕੱਦਮੇ ਵੀ ਹਨੂਮਾਨ ਦੀ ਪੂੰਛ ਦੀ ਤਰ੍ਹਾਂ ਵੱਧਦੇ ਹੀ ਜਾਂਦੇ ਨੇ। ਜਿੱਦ ਅਤੇ ਆਕੜ ਇਨਸਾਨ ਕੋਲੋਂ ਸਭ ਕੁਝ ਕਰਵਾ ਦਿੰਦੀ ਹੈ। ਹਾਲੇ ਬਚਪਨ ਮੁੱਕਿਆ ਸੀ ਕਿ ਛੋਟੇ ਭਰਾ ਦਲੇਰ ਸਿੰਘ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ। ਕਾਰ ਵਾਲੇ ਨੇ ਥੋੜ੍ਹਾ ਬਹੁਤਾ ਮੁਆਵਜ਼ਾ ਦਿੱਤਾ। ਪਿਓ ਨੇ ਉਸੇ ਵਿੱਚ ਹੀ ਸਬਰ ਕਰ ਲਿਆ। ਹੁਣ ਰਣਜੀਤ ਸਿੰਘ, ਹਰਭਜਨ ਸਿੰਘ ਤੇ ਮਨਜੀਤ ਸਿੰਘ 3 ਭਰਾ ਰਹਿ ਗਏ ਸੀ। 2 ਭੈਣਾਂ ਸੁਰਜੀਤ ਕੌਰ ਜੋ ਰਣਜੀਤ ਸਿੰਘ ਤੋਂ ਵੱਡੀ ਤੇ ਮਹਿੰਦਰ ਕੌਰ ਛੋਟੀ ਸੀ। ਵਿਆਹ ਤਾਂ ਪਿੰਡ ਵਿੱਚ ਹੀ ਹੋਣੇ ਸੀ। ਜੱਟ ਜ਼ਿਮੀਂਦਾਰ ਅਕਸਰ ਜ਼ਮੀਨ ਜਾਇਦਾਦ ਦੇਖਦੇ ਹਨ। ਦਾਦੇ ਦੀ ਚੰਗੀ ਜ਼ਮੀਨ ਜਾਇਦਾਦ ਪਰ ਰਣਜੀਤ ਸਿੰਘ ਦੇ ਪੱਲੇ ਥੋੜ੍ਹੀ ਕੁ ਜਾਇਦਾਦ ਆਈ ਕਿਉਂਕਿ ਦਾਦੇ ਦਾ ਇੱਕ ਹੋਰ ਵਿਆਹ ਹੋਇਆ ਸੀ। ਇੱਧਰ ਸ਼ਹਿਰ ਵਿੱਚ ਵਿਕਰਮ ਸਿੰਘ ਦੀ ਦੁੱਧ ਵੇਚਣ ਦੀ ਡੈਰੀ, ਘਰ ਡੰਗਰ ਰੱਖੇ ਹੋਏ ਸਨ। ਹਾਲੀ ਸਰਕਾਰ ਨੇ ਡੰਗਰ ਸ਼ਹਿਰ ਤੋਂ ਬਾਹਰ ਨਹੀਂ ਸਨ ਕੱਢੇ। ਵਿਕਰਮ ਦੀ ਮਾਂ ਵਿਕਰਮ ਕੋਲ ਰਹਿੰਦੀ ਸੀ। ਜਦ ਵਿਕਰਮ ਦੇ ਪਿਓ ਨੇ ਦੂਸਰੀ ਸ਼ਾਦੀ ਕੀਤੀ ਤਦ ਤੋਂ ਹੀ ਵਿਕਰਮ ਦੀ ਮਾਂ ਵਿਕਰਮ ਦੇ ਪਿਓ ਨਾਲ ਨਾ ਬਣੀ। ਸੋ ਵਿਕਰਮ ਨੇ ਆਪਣੀ ਮਾਂ ਦਾ ਖਿਆਲ ਰੱਖਿਆ ਤੇ ਆਪਣੇ ਕੋਲ ਸ਼ਹਿਰ ਲੈ ਗਿਆ। ਵਿਕਰਮ ਦੇ ਸਹੁਰੇ ਚੰਗੇ ਖਾਂਦੇ ਪੀਂਦੇ ਘਰ ਦੇ ਹੋਣ ਕਰਕੇ ਵਿਕਰਮ ਦੀ ਰੱਜ ਕੇ ਮਦਦ ਕਰਦੇ। ਵਿਕਰਮ ਦੀ ਘਰਵਾਲੀ ਤੇਜ਼ ਤਰਾਰ ਜਨਾਨੀ ਸੀ। ਸਾਰੀ ਜ਼ਿੰਦਗੀ ਉਸਨੇ ਕਿਸੇ ਨੂੰ ਨੇੜੇ ਨਹੀਂ ਸੀ ਫਟਕਣ ਦਿੱਤਾ। ਰਣਜੀਤ ਦਾ ਪਿਓ ਅਕਸਰ ਰਣਜੀਤ ਦੀ ਮਾਂ ਤੋਂ ਡਰਦਾ। ਉਹ ਬੋਲਣ ਲੱਗੀ ਅੱਗਾ ਪਿੱਛਾ ਨਾ ਦੇਖਦੀ। ਪੜ੍ਹਾਈ ਤਾਂ ਉਸਨੇ 3-4 ਕਲਾਸਾਂ ਹੀ ਕੀਤੀਆਂ ਸਨ। ਬਸ ਡੰਗਰ ਚਾਰਨ ਦਾ ਸ਼ੌਂਕ ਸੀ ਉਸਨੂੰ। ਪਿਓ ਦਾ ਸਾਰਾ ਕੰਮ ਸਾਂਭ ਲਿਆ। ਪਿਓ ਨੂੰ ਤਾਂ ਮੌਜ ਲੱਗ ਗਈ। ਵੈਸੇ ਵੀ ਲਾਪਰਵਾਹ ਤੋਂ ਪਹਿਲਾਂ ਹੀ ਸੀ, ਹੁਣ ਹੋਰ ਵੀ ਹੋ ਗਿਆ। ਸਿਆਣਾ ਬੱਚਾ ਹੋਵੇ ਤਾਂ ਮਾਂ ਪਿਓ ਖੁਸ਼ ਹੁੰਦਾ ਹੈ, ਪਰ ਵਿਕਰਮ ਵਰਗੇ ਬੰਦੇ ਸਿਆਣੇ ਬੱਚੇ ਦਾ ਨਜਾਇਜ਼ ਫਾਇਦਾ ਚੁੱਕਦੇ ਹਨ। ਮੁਹੱਲੇ ਵਿੱਚ ਸਾਰੇ ਚੌਧਰੀ ਦੇ ਘਰ ਸ਼ਰਾਬ ਕੱਢਦੇ। ਕਈ ਵਾਰ ਪੁਲਿਸ ਛਾਪਾ ਮਾਰਦੀ। ਛਾਪਾ ਕਾਹਦਾ, ਪੁਲਿਸ ਤੇ ਉਹਨਾਂ ਦੀ ਸਾਂਝ ਗੱਠ ਹੋਣ ਕਰਕੇ ਪੁਲਿਸ ਸਿਰਫ ਖਾਨਾ ਪੂਰਤੀ ਕਰਕੇ ਚਲੀ ਜਾਂਦੀ। ਹੌਲੀ ਹੌਲੀ ਸਾਰੇ ਭਰਾਵਾਂ ਨੇ ਪੂਰੇ ਇਲਾਕੇ ਵਿੱਚ ਆਪਣਾ ਕਬਜ਼ਾ ਕਰ ਲਿਆ। ਇਲਾਕੇ ਦੀ ਪ੍ਰਮੁੱਖ ਰਾਜਨੀਤਿਕ ਪਾਰਟੀ ਦੇ ਪ੍ਰਧਾਨ ਬਣ ਗਏ ਤੇ ਪੁਲਿਸ ਦੀ ਮੁਖਬਰੀ ਵੀ ਕਰਨ ਲੱਗ ਪਏ। ਮੁਹੱਲੇ ਵਿੱਚ ਉਹਨਾਂ ਦੀ ਗੰਦੀ ਸ਼ਰਾਬ ਪੀਣ ਕਰਕੇ ਕਈ ਮੌਤਾਂ ਹੋ ਚੁੱਕੀਆਂ ਸਨ। ਉਹਨਾਂ ਦੇ ਰਿਸ਼ਤੇਦਾਰਾਂ ਦੇ ਵੀ 2-3 ਬੰਦੇ ਮਰ ਚੁੱਕੇ ਸਨ, ਪਰ ਉਹਨਾਂ 'ਤੇ ਇਸਾਂ ਗੱਲਾਂ ਦਾ ਕੋਈ ਅਸਰ ਨਹੀਂ ਸੀ। ਕੌਣ ਜਿਉਂਦਾ ਕੌਣ ਮਰਦਾ, ਉਹਨਾਂ ਨੂੰ ਤਾਂ ਬਸ ਆਪਣੇ ਨਾਲ ਮਤਲਬ ਸੀ। ਰਣਜੀਤ ਦੀ ਮਾਂ ਅਕਸਰ ਵਿਕਰਮ ਨੂੰ ਗਾਲਾਂ ਕੱਢਦੀ ਹੋਈ ਕਹਿੰਦੀ, ਕੁਝ ਤਾਂ ਸ਼ਰਮ ਕਰ, ਜਹਾਨ ਦਾ ਕੋਈ ਨਸ਼ਾ ਛੱਡਿਆ ਤੂੰ? ਬੱਚੇ ਛੋਟੇ ਨੇ ਤੇ ਜ਼ਿੰਮੇਵਾਰੀ ਪਾ ਦਿੱਤੀ। ਹੱਸਣ ਖੇਡਣ ਦੀ ਉਮਰ ਹੈ ਉਸ ਵਿਚਾਰੇ ਦੀ। ਡੰਗਰਾਂ ਵਾਂਗ ਲੱਗਾ ਰਹਿੰਦਾ। ਰਣਜੀਤ ਵਿਚਾਰੇ ਨੂੰ ਕੋਲ ਦਾ ਬੈਲ ਹੀ ਬਣਾ ਦਿੱਤਾ। ਸਵੇਰ ਸਾਰ ਉੱਠ ਜਾਂਦਾ, ਡੰਗਰਾਂ ਨਾਲ ਡੰਗਰ ਹੋਇਆ ਰਹਿੰਦਾ। ਛੋਟਾ ਵੀ ਕਾਰਖਾਨੇ 'ਤੇ ਕੰਮ ਪਾ ਦਿੱਤਾ। ਪਰ ਤੈਨੂੰ ਨਸ਼ਿਆਂ ਤੋਂ ਫੁਰਸਤ ਕਿੱਥੇ? ਤੇਰੇ ਪਿਓ ਦੇ ਨਹੀਂ ਪੀਂਦਾ, ਆਪਣੇ ਪੈਸਿਆਂ ਦੀ ਪੀਨਾ। ਤੇਰੇ ਕੰਜਰ ਭਰਾ ਮੇਰੇ ਘਰ ਕਣਕ ਨਹੀਂ ਪਾਉਂਦੇ। ਮੈਂ ਤੇ ਮੇਰੇ ਮੁੰਡੇ ਸਭ ਕੁਝ ਕਰਦੇ ਹਾਂ।
ਸਾਰੇ ਹੀ ਸ਼ਰਾਬ ਪੀਂਦੇ ਨੇ, ਮੈਂ ਕਿਹੜੀ ਅਨੋਖੀ ਪੀਨਾ। ਕੁੱਤੇ ਵਾਂਗ ਭੌਂਕਣਾ ਬੰਦ ਕਰ, ਨਹੀਂ ਤਾਂ ਮੈਂ ਛਿੱਤਰ ਲਾਵਾਂ। ਹੱਥ ਤਾਂ ਲਾ ਕੇ ਦੇਖ ਕੰਜਰਾ, ਮੇਰਾ ਪਿਓ ਤੇ ਮੇਰਾ ਭਰਾ ਤੇਰੇ ਘਰੋਂ ਖਾਣ ਨਹੀਂ ਆਉਂਦੇ। ਉਹ ਤੇਰੇ ਵਾਂਗ ਆਪਣੇ ਬੱਚਿਆਂ ਦੀ ਕਮਾਈ ਨਹੀਂ ਡੱਫਦੇ। ਤੂੰ ਤਾਂ ਸ਼ਰਮ ਲਾ ਕੇ ਸੁੱਟ ਦਿੱਤੀ ਆ ਵੇ ਪਾਪੀਆ, ਕਿੱਥੇ ਦੇਵੇਂਗਾ ਹਿਸਾਬ। ਬੱਚੇ ਕਮਾਈ ਕਰਦੇ ਹਨ ਤੇ ਤੂੰ ਡੱਫੀ ਜਾਨਾ। ਤੰਬਾਕੂ ਦੀ ਬੀੜੀ ਐਂ ਲਾਉਣਾ ਜਿਵੇਂ ਯੂਪੀ ਦੇ ਭਈਆਂ ਵਿੱਚ ਕੋਈ ਫਰਕ ਨਹੀਂ। ਕੁੱਤੀਏ ਰੰਨੇ ਕਿਵੇਂ ਭੌਂਕੀ ਜਾਨੀ ਆ, ਠਹਿਰ ਤੇਰੇ। ਬਿਕਰਮ ਆਪਣੀ ਪਤਨੀ ਨੂੰ ਮਾਰਨ ਲਈ ਦੌੜਿਆ ਕਿ ਬਾਹਰੋਂ ਰਣਜੀਤ ਤੂੜੀ ਦੀ ਪੰਡ ਸਿਰ 'ਤੇ ਚੁੱਕੀ ਅੰਦਰ ਆ ਗਿਆ। ਪੰਡ ਇੱਕ ਪਾਸੇ ਰੱਖਦਿਆਂ ਬੋਲਿਆ, ਬਾਪੂ ਜੀ ਕੀ ਕੰਜਰਖਾਨਾ ਰੋਜ਼ ਕਰਦੇ ਰਹਿੰਦੇ ਹੋ। ਬੀਬੀ ਨੂੰ ਕਿਉਂ ਮਾਰ ਲੱਗਿਆ ਸੀ। ਰਣਜੀਤ ਪੁੱਤ ਤੇਰੀ ਮਾਂ ਭੌਂਕਣੋਂ ਨਹੀਂ ਹਟਦੀ। ਮੈਂ ਘੁੱਟ ਪੀ ਲੈਂਦਾ ਹਾਂ ਤਾਂ ਇਸ ਨੂੰ ਕਿਵੇਂ ਅੱਗ ਲੱਗਦੀ ਆ। ਬਾਪੂ ਕਿਉਂ ਸਾਨੂੰ ਜਿਉਂਦੇ ਜੀ ਨਰਕ ਵਿੱਚ ਸੁੱਟ ਰਿਹਾ। ਪਤਾ ਜਿਹੜੀ ਮੁਹੱਲੇ ਵਿੱਚ ਕੱਢੀ ਲਾਹਨ ਕੈਪਸੂਲ ਹੀ ਘੋਲੀ ਜਾਂਦੇ ਨੇ। ਮੁਹੱਲੇ ਵਿੱਚ ਕਿੰਨੇ ਬੰਦੇ ਮਰ ਗਏ ਨੇ ਇਹਨਾਂ ਦੀ ਸ਼ਰਾਬ ਪੀ ਕੇ। ਪੁਲਿਸ ਵੀ ਇਹਨਾਂ ਨਾਲ ਮਿਲੀ ਹੋਈ ਆ। ਮਹੀਨਾ ਭਰਦੇ ਨੇ ਇਹ। ਜੇ ਤੈਨੂੰ ਕੁਝ ਹੋ ਗਿਆ ਤਾਂ ਸਾਡਾ ਕੀ ਬਣੂ। ਰਣਜੀਤ ਪੁੱਤ ਮੈਂ ਕਲਪਦੀ ਆਂ ਪਰ ਇਹਦੇ ਪੱਲੇ ਕੁਝ ਨਹੀਂ ਪੈਂਦਾ। ਉਲਟਾ ਮੈਨੂੰ ਹੀ ਮਾਰਨ ਕੁੱਟਣ ਨੂੰ ਦੌੜਦਾ ਹੈ। ਮੈਂ ਹੁਣ ਕੁੱਟ ਖਾਂਦੀ ਹਾਂ ਇਸ ਕੋਲੋਂ। ਮੇਰੇ ਪੁੱਤ ਜਵਾਨ ਹੋ ਗਏ, ਹੱਥ ਲਾ ਕੇ ਤਾਂ ਦੇਖੇ। ਬਾਪੂ ਜੀ ਬੇਬੇ ਕੁਝ ਗਲਤ ਨਹੀਂ ਕਹਿੰਦੀ। ਆਪਣਾ ਨਹੀਂ ਤਾਂ ਸਾਡਾ ਖਿਆਲ ਕਰੋ। ਜੇ ਪੀਣੀ ਹੈ ਤਾਂ ਠੇਕੇ ਦੀ ਦੇਸੀ ਜਾਂ ਅੰਗਰੇਜ਼ੀ ਪੀ ਲਿਆ ਕਰੋ। ਮੀਟ ਵਗੈਰਾ ਖਾ ਲਿਆ ਕਰੋ। ਤੁਸੀਂ ਤਾਂ ਸੁੱਕੀ ਸ਼ਰਾਬ ਨੂਣ ਨਾਲ ਹੀ ਪੀ ਜਾਂਦੇ ਹੋ। ਸੁੱਕੀ ਸ਼ਰਾਬ ਅੰਦਰ ਖੁਸ਼ਕੀ ਪਾਉਂਦੀ ਆ। ਨਾਲੇ ਠੇਕੇ ਦੀ ਸ਼ਰਾਬ ਦੀ ਕੋਈ ਡਿਗਰੀ ਤਾਂ ਹੁੰਦੀ ਆ ਤੇ ਲਾਹਣ ਦੀ ਕਾਹਦੀ ਡਿਗਰੀ। ਕਿਵੇਂ ਸੁੱਕ ਕੇ ਕਾਨੇ ਵਰਗੇ ਹੋ ਗਏ। ਬਾਪੂ ਜੀ ਚੰਗਾ ਰਣਜੀਤ ਪੁੱਤ ਤੇਰੀ ਗੱਲ ਮੰਨ ਲਵਾਂਗਾ। ਆਪਣੀ ਮਾਂ ਨੂੰ ਵੀ ਸਮਝਾ ਲਾ। ਇਹ ਬੋਲਣ ਲੱਗੀ ਅੱਗਾ ਪਿੱਛਾ ਨਹੀਂ ਦੇਖਦੀ। ਬੇਬੇ ਤੂੰ ਵੀ ਕੁਝ ਸਮਝ ਕਰਿਆ ਕਰ। ਤੁਸੀਂ ਘਰ ਵਿੱਚ ਵੱਡੇ ਹੋ। ਤੁਸੀਂ ਬਾਪੂ ਦੀ ਇੱਜ਼ਤ ਨਹੀਂ ਕਰੋਗੇ ਤਾਂ ਸਾਡੇ ਤੋਂ ਤੇ ਨਾਲੇ ਫਿਰ ਮੁਹੱਲੇ ਤੋਂ ਕਿਵੇਂ ਪਤੀ ਦੀ ਇੱਜ਼ਤ ਕਰਾਉਂਗੇ। ਤੁਹਾਡੀ ਲੜਾਈ ਸਾਰੇ ਮੁਹੱਲੇ ਨੂੰ ਪਤਾ ਕਿਵੇਂ ਹੁੰਦੀ ਆ। ਅੱਛਾ ਰਣਜੀਤ ਪੁੱਤ ਅੱਗੇ ਤੋਂ ਨਹੀਂ ਬੋਲਾਂਗੀ, ਰੱਬ ਦੀ ਸਹੁੰ। ਪਰ ਇਸ ਨੂੰ ਵੀ ਤਾਂ ਮੱਤ ਦੇ। ਇਹ ਕਿਵੇਂ ਤੇਰੇ ਸਾਹਮਣੇ ਮੈਨੂੰ ਗਾਲਾਂ ਕੱਢਦਾ। ਤੇਰੇ ਮਾਮਿਆਂ ਤੇ ਤੇਰੇ ਨਾਨੇ ਨੂੰ ਵੀ ਬੁਰਾ ਭਲਾ ਕਹਿੰਦਾ। ਆਪਣੇ ਪਿਓ ਦਾ ਇਸ ਨੂੰ ਪਤਾ ਨਹੀਂ ਦੋ ਦੋ ਜਨਾਨੀਆਂ ਸਾਂਭੀ ਬੈਠਾ ਹੈ। ਸਾਡਾ ਵੀ ਹੱਕ ਮਰਵਾ ਦਿੱਤਾ ਤੇਰੇ ਦਾਦੇ ਨੇ। ਬੇਬੇ ਗੱਲ ਨੂੰ ਵਧਾਉਣ ਦਾ ਕੀ ਫਾਇਦਾ। ਅਗਰ ਇੱਕ ਬੰਦਾ ਨਹੀਂ ਸਮਝਦਾ ਤਾਂ ਦੂਜੇ ਬੰਦੇ ਨੂੰ ਸਮਝ ਕਰ ਲੈਣੀ ਚਾਹੀਦੀ ਹੈ। ਗੱਲ ਆਪਣੇ ਆਪ ਮੁੱਕ ਜਾਂਦੀ ਹੈ। ਅਗਰ ਦੋਵੇਂ ਲੜ ਪੈਣ ਤਾਂ ਮੁਸ਼ਕਿਲ ਹੋ ਜਾਵੇਗੀ। ਚੰਗਾ ਪੁੱਤ ਜਿਵੇਂ ਕਹੇਂਗਾ ਉਵੇਂ ਕਰਾਂਗੀ। ਤੇਰੀ ਮੱਤ ਨਹੀਂ ਲੈਣੀ ਤਾਂ ਹੋਰ ਕਿਸ ਦੀ ਲੈਣੀ ਆ। ਬੇਬੇ ਤੁਸੀਂ ਖੁਸ਼ ਰਹੋ, ਬਾਪੂ ਜੀ ਦੀਆਂ ਆਦਤਾਂ ਵਿੱਚ ਸੁਧਾਰ ਹੋ ਜਾਊ। ਪਰ ਮੈਨੂੰ ਤਾਂ ਉਮੀਦ ਨਹੀਂ ਕਿ ਬਾਪੂ ਦੀ ਸੋਚ ਵਿੱਚ ਕੁਝ ਫਰਕ ਪਵੇ। ਮੈਨੂੰ ਤਾਂ ਇਹਦਾ ਵਿਗਾੜ ਹੀ ਨਜ਼ਰ ਆਉਂਦਾ ਹੈ। ਕਿਵੇਂ ਹੱਥ ਪੈਰ ਕੰਬਦੇ ਨੇ। ਸ਼ਰਾਬ ਤਾਂ ਬਾਪੂ ਦੇ ਹੱਡਾਂ ਵਿੱਚ ਰਚ ਗਈ। ਰੱਬ ਨਾ ਕਰੇ ਕਿਤੇ ਕੋਈ ਅਬੀ ਨਬੀ ਹੋ ਗਈ ਤਾਂ ਅਸੀਂ ਕਾਸੇ ਜੋਗੇ ਨਹੀਂ ਰਹਿਣਾ। ਨਾ ਪੁੱਤ ਨਾ, ਤੇਰੇ ਬਾਪੂ ਨੂੰ ਕੁਝ ਨਾ ਹੋਵੇ। ਮੇਰੇ ਸਿਰ ਦਾ ਸਾਈਂ ਹੈ। ਜਿਵੇਂ ਵੀ ਹੈ ਜਨਾਨੀ ਬੰਦੇ ਬਗੈਰ ਕਿਸੇ ਜੋਗੀ ਨਹੀਂ। ਰੰਡੀ ਜਨਾਨੀ ਦਾ ਡੰਗ ਟੱਪਣਾ ਬੜਾ ਮੁਸ਼ਕਲ ਹੁੰਦਾ। ਪਰ ਤੇਰਾ ਬਾਪੂ ਕਿਸੇ ਦੀ ਮੰਨਦਾ ਵੀ ਨਹੀਂ। ਸ਼ਰਾਬ ਪੀ ਕੇ ਤਾਂ ਗੱਲ ਮੰਦ ਕਰਦਾ ਹੀ ਰਹਿੰਦਾ। ਬਿਕਰਮ ਸਿੰਘ ਦਾ ਬਹੁਤਾ ਫਿਕਰ ਮਾਂ ਪੁੱਤ ਨੂੰ ਹੀ ਸੀ। ਉਹਨਾਂ ਨੂੰ ਡਰ ਸੀ ਮੁਹੱਲੇ ਵਿੱਚ ਖਤਰਨਾਕ ਸ਼ਰਾਬ ਨਿਕਲਦੀ ਹੈ ਤੇ ਅੱਗੇ ਹੀ ਸ਼ਰਾਬ ਪੀ ਕੇ ਬੰਦੇ ਮਰ ਚੁੱਕੇ ਹਨ। ਸ਼ਰਾਬ ਕੱਢਣ ਵਾਲੇ ਤਾਂ ਰਾਜਨੀਤਿਕ ਪਾਰਟੀ ਦੇ ਲੀਡਰਾਂ ਦੇ ਝੋਲੀ ਚੁੱਕ ਹਨ। ਪੁਲਿਸ ਵੀ ਇਹਨਾਂ ਨਾਲ ਮਿਲੀ ਹੋਈ ਆ। ਜੇ ਛਾਪਾ ਵੀ ਮਾਰਦੀ ਤਾਂ ਬਸ ਦਿਖਾਵਾ ਕਰਨ ਲਈ। ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਮੁਹੱਲੇ ਵਿੱਚ ਖੂਬ ਗੁੰਡਾਗਰਦੀ ਕਰਦੇ। ਕੋਈ ਰੋਕਣ ਟੋਕਣ ਵਾਲਾ ਨਹੀਂ ਸੀ ਉਹਨਾਂ ਨੂੰ। ਜੇ ਕੋਈ ਔਖਾ ਹੁੰਦਾ ਤਾਂ ਸਾਰਾ ਟੱਬਰ ਉਹਦੇ ਦੁਆਲੇ ਹੋ ਜਾਂਦਾ। ਅਕਸਰ ਲੋਕੀ ਉਹਨਾਂ ਦੀ ਕੱਢੀ ਸ਼ਰਾਬ ਪੀਂਦੇ। ਅੱਜ ਬਿਕਰਮ ਨਾਲੇ ਬੈਠਾ ਤਾਸ਼ ਖੇਡ ਰਿਹਾ ਸੀ ਤੇ ਨਾਲ ਹੀ ਸ਼ਰਾਬ ਦੇ ਪੈਗ ਤੇ ਪੈਗ ਲਗਾ ਰਿਹਾ ਸੀ। ਅੱਜ ਸ਼ਰਾਬ ਸੁੱਕੀ ਨਹੀਂ ਪੀ ਰਿਹਾ ਸੀ, ਮੁਰਗਾ ਨਾਲ ਚੱਲ ਰਿਹਾ ਸੀ। ਦੁਪਹਿਰ ਵੇਲੇ ਦੇ ਬੈਠੇ ਸ਼ਾਮਾਂ ਹੋ ਗਈਆਂ ਪਰ ਨਾ ਉੱਠਿਆ। ਕਈਆਂ ਦੇ ਘਰ ਦੇ ਆਏ ਪਰ ਘਰ ਜਾਣ ਨੂੰ ਕੋਈ ਵੀ ਤਿਆਰ ਨਹੀਂ ਸੀ। ਉਲਟਾ ਸੱਦਣ ਵਾਲਿਆਂ ਨੂੰ ਗਾਲਾਂ ਕੱਢ ਰਹੇ ਸੀ। ਸ਼ਰਾਬੀਆਂ ਦੇ ਘਰ ਵਾਲਿਆਂ ਨੂੰ ਇਹ ਗਾਲਾਂ ਮੰਦਾ ਸੁਣਨ ਦੀ ਆਦਤ ਹੋ ਜਾਂਦੀ ਆ। ਬੰਦਾ ਹੋਰ ਕਰ ਵੀ ਕੀ ਸਕਦਾ ਹੈ, ਮਜਬੂਰੀ ਹੁੰਦੀ ਹੈ। ਇੱਕ ਗੱਲ ਤਾਂ ਬਿਲਕੁਲ ਸੱਚ ਆ ਕਿ ਸ਼ਰਾਬੀ ਨੂੰ ਸਿਰਫ ਸ਼ਰਾਬ ਪੀਣ ਤੱਕ ਮਤਲਬ ਹੁੰਦਾ। ਕੌਣ ਜਿਉਂਦਾ ਕੌਣ ਮਰਦਾ, ਕਿਸ ਦੀ ਬੇਇੱਜ਼ਤੀ ਹੁੰਦੀ ਹੈ, ਇਸ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ। ਅੱਜ ਸ਼ਰਾਬ ਵੀ ਕਾਫੀ ਤੇਜ਼ ਲੱਗ ਰਹੀ ਸੀ, ਭਾਵੇਂ ਦਿਮਾਗ ਨੂੰ ਚੜ੍ਹ ਰਹੀ ਸੀ। ਪਰ ਸ਼ਰਾਬ ਦੇ ਲਾਲਚੀ ਐਵੇਂ ਪੀ ਰਹੇ ਸੀ ਜਿਵੇਂ ਸ਼ਰਾਬ ਦੇਖੀ ਹੀ ਨਾ ਹੋਵੇ ਜਾਂ ਪਹਿਲੀ ਵਾਰ ਪੀਤੀ ਹੋਵੇ। ਸਭ ਦੀ ਤਬੀਅਤ ਖਰਾਬ ਹੋਣ ਲੱਗੀ।
ਰਣਜੀਤ ਵੀ ਕਲਪਦਾ ਹੋਇਆ ਆ ਗਿਆ। ਇੱਕ ਨਾ ਇੱਕ ਦਿਨ ਚੰਨ ਚੜ੍ਹਨਾ ਹੀ ਸੀ। ਵਿਕਰਮ ਨਾਲ ਮੁਹੱਲੇ ਦੇ 2-3 ਹੋਰ ਮੁੰਡੇ ਆ ਗਏ। ਛੇਤੀ ਵਿਕਰਮ ਨੂੰ ਟੈਂਪੂ ਵਿੱਚ ਪਾ ਕੇ ਹਸਪਤਾਲ ਲੈ ਗਏ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਵਿਕਰਮ ਦੇ ਪ੍ਰਾਣ ਪੰਖ ਉੱਡ ਗਏ ਅਤੇ ਉਹਦੀ ਕੇਵਲ ਹੁਣ ਮਿੱਟੀ ਹੀ ਰਹਿ ਗਈ ਸੀ। ਵਿਕਰਮ ਦੀ ਲਾਸ਼ ਘਰ ਲਿਆਂਦੀ ਗਈ। ਘਰ ਵਿੱਚ ਰੋਣਾ ਪਿੱਟਣਾ ਸ਼ੁਰੂ ਹੋ ਗਿਆ। ਮਾਂ ਖੂਬ ਕਲਪਦੀ, ਮੈਂ ਕਿਹੜਾ ਅੱਗੇ ਸੁੱਖ ਦੇਖਿਆ ਸੀ, ਜ਼ਿੰਦਗੀ 'ਚ ਹੋਰ ਦੁੱਖ ਦੇ ਗਿਆ। ਪੁੱਤਾਂ ਦੇ ਸਿਰ ਤੋਂ ਪਿਓ ਦਾ ਸਾਇਆ ਵੀ ਖੋਹ ਲਿਆ। ਜਿਵੇਂ ਮਰਜ਼ੀ ਸੀ, ਮੇਰੇ ਸਿਰ ਦਾ ਸਾਈਂ ਸੀ। ਹੁਣ ਰੰਡੀ ਹੋ ਗਈ ਮੈਂ। ਸਾਰੀ ਜ਼ਿੰਦਗੀ ਕਿਵੇਂ ਕੱਢਾਂਗੀ ਤੇਰੇ ਤੋਂ ਬਗੈਰ? ਕਿਸ ਦੀ ਉਡੀਕ ਕਰਾਂਗੀ? ਮੈਂ ਕਿੱਥੇ ਜਾਵਾਂ, ਕੀ ਕਰਾਂ? ਰਣਜੀਤ ਆਪਣੇ ਆਪ ਨੂੰ ਸੰਭਾਲਦਾ ਹੋਇਆ ਮਾਂ ਨੂੰ ਹੌਸਲਾ ਦਿੰਦਾ ਬੋਲਿਆ, ਚੁੱਪ ਕਰ ਜਾ ਬੇਬੇ, ਰੋ ਰੋ ਕੇ ਪਾਗਲ ਹੋਣਾ। ਗਏ ਵੀ ਕਦੇ ਵਾਪਸ ਆਏ ਨੇ। ਮਰਿਆਂ ਨਾਲ ਮਰਿਆ ਨਹੀਂ ਹੁੰਦਾ। ਖਾਣਾ ਪੀਣਾ ਤਾਂ ਉਸ ਦਾ ਛੁੱਟ ਗਿਆ, ਬਾਕੀ ਕਾਰ ਵਿਵਹਾਰ ਤਾਂ ਚੱਲਦੇ ਹੀ ਰਹਿਣੇ ਆ। ਬੇਬੇ ਬਾਪੂ ਦਾ ਦਾਣਾ ਪਾਣੀ ਇੰਨਾ ਹੀ ਸੀ। ਸ਼ਰਾਬ ਤਾਂ ਬਸ ਇੱਕ ਬਹਾਨਾ ਸੀ। ਬਾਕੀਆਂ ਨੇ ਵੀ ਤਾਂ ਖੂਬ ਸ਼ਰਾਬ ਪੀਤੀ ਸੀ। ਉਹ ਤਾਂ ਸਾਰੇ ਸਹੀ ਸਲਾਮਤ ਨੇ। ਬਾਪੂ ਨੂੰ ਹੀ ਮੁੱਕਣਾ ਸੀ। ਬੇਬੇ ਅਸੀਂ ਸਾਰੇ ਤੇਰੇ ਆਸਰੇ ਆਂ। ਸਾਡੇ ਕਿਹੜਾ ਤਾਏ ਚਾਚੇ ਨੇ? ਸਾਰੇ ਪਰਿਵਾਰ ਖਿਆਲ ਤੂੰ ਹੀ ਰੱਖਣਾ। ਤੂੰ ਜਿਉਂਦੀ ਵਸਦੀ ਰਹਿ। ਤੇਰੇ ਆਸਰੇ ਅਸੀਂ ਉੱਡਣਾ। ਤੂੰ ਹੀ ਸਾਡੀ ਬੇਬੇ ਤੇ ਤੂੰ ਹੀ ਸਾਡਾ ਬਾਪੂ। ਵਿਕਰਮ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਭੋਗ ਪਿਆ। ਬਰਾਦਰੀ ਇਕੱਠੀ ਹੋਈ, ਦੂਰ ਨੇੜੇ ਦੇ ਸਾਰੇ ਸਾਕ ਸੰਬੰਧੀ ਆਏ। ਵਿਕਰਮ ਦਾ ਸਾਲਾ ਸਹੁਰਾ ਰਣਜੀਤ ਨੂੰ ਹੌਸਲਾ ਦਿੰਦੇ ਬੋਲਿਆ, ਬੇਟਾ ਰਣਜੀਤ, ਤੈਨੂੰ ਜ਼ਿੰਮੇਵਾਰੀ ਦੀ ਪੱਗ ਬੰਨ੍ਹੀ ਗਈ ਆ। ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਹੁਣ ਤੇਰੇ 'ਤੇ ਆ। ਪੁੱਤ ਅੱਗੇ ਵੀ ਜ਼ਿੰਮੇਵਾਰੀ ਦੀ ਤੂੰ ਕਿਹੜਾ ਕੋਈ ਕਸਰ ਛੱਡੀ ਆ। ਪੂਰੇ ਦਾ ਪੂਰਾ ਘਰ ਤੇਰੇ ਸਿਰ 'ਤੇ ਹੀ ਚੱਲਦਾ। ਜੀਜੇ ਨੇ ਕਿਹੜੀ ਜ਼ਿੰਮੇਵਾਰੀ ਸਮਝੀ ਸੀ? ਸਾਡੀ ਭੈਣ ਨੂੰ ਤਾਂ ਇਸ ਪਰਿਵਾਰ ਵਿੱਚ ਕੋਈ ਸੁੱਖ ਹੀ ਨਹੀਂ ਸੀ ਮਿਲਿਆ। ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਉਹਦੀ ਔਲਾਦ ਚੰਗੀ ਨਿਕਲੀ। ਹੀਰੇ ਵਰਗਾ ਰਣਜੀਤ ਪੁੱਤਰ ਹੈ। ਇਸੇ ਤੋਂ ਹੀ ਪੂਰੇ ਘਰ ਨੂੰ ਆਸ ਉਮੀਦ ਆ। ਰਣਜੀਤ ਸਿੰਘ, ਤੇਰੇ ਮਾਮੇ ਜਿਉਂਦੇ ਜਾਗਦੇ ਹਨ। ਕਿਸੇ ਵੀ ਚੀਜ਼ ਦੀ ਕਦੇ ਜ਼ਰੂਰਤ ਹੋਵੇ ਬਿਨਾਂ ਝਿਜਕ ਦੱਸ ਦੇਵੀਂ। ਇੱਕ ਇਸ਼ਾਰੇ 'ਤੇ ਦੌੜਦੇ ਆਵਾਂਗੇ। ਅਸੀਂ ਕੁਝ ਸਮਾਂ ਰਹਿੰਦੇ ਪੁੱਤ। ਤੈਨੂੰ ਤਾਂ ਪਤਾ ਪਿੰਡ ਦੀਆਂ ਜ਼ਿੰਮੇਵਾਰੀਆਂ, ਮਾਲ ਡੰਗਰ ਸਾਂਭ ਸੰਭਾਲ, ਘਰ ਦਾ ਹਿਸਾਬ ਕਿਤਾਬ ਦੇਖਣਾ ਹੁੰਦਾ। ਮਜਬੂਰੀ ਹੈ ਪੁੱਤ ਜਾਣ ਦੀ। ਰਣਜੀਤ ਪੁੱਤ, ਮੇਰੀ ਧੀ ਦਾ ਸਰਵਣ ਪੁੱਤਰ ਹੈ ਤੂੰ। ਤੇਰੇ ਭੈਣ ਭਰਾ ਆਦਿ ਤੇਰੇ ਹੀ ਆਸਰੇ ਨੇ। ਐਨੀ ਗੱਲ ਕਹਿੰਦਿਆਂ ਜਦ ਨਾਨੇ ਨੇ ਰਣਜੀਤ ਨੂੰ ਹਿੱਕ ਨਾਲ ਲਾਇਆ ਤਾਂ ਰਣਜੀਤ ਦੇ ਹੰਝੂਆਂ ਦਾ ਬੰਨ੍ਹ ਟੁੱਟ ਗਿਆ। ਘਰੇਲੂ ਕਾਰੋਬਾਰੀਆਂ ਜ਼ਿੰਮੇਵਾਰੀਆਂ ਨੇ ਰਣਜੀਤ ਨੂੰ ਦਬਾ ਕੇ ਰੱਖ ਦਿੱਤਾ। ਉਸ ਦੀਆਂ ਆਪਣੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਛੋਟੇ ਭਰਾ ਨੇ ਵੈਲਡਿੰਗ ਦਾ ਕੰਮ ਸਿੱਖ ਲਿਆ। ਘਰ ਪੱਖਿਆਂ ਦੇ ਜੰਗਲੇ ਬਣਾਉਣ ਲੱਗ ਪਿਆ। ਬਚਪਨ ਤੋਂ ਸ਼ਰਾਰਤੀ ਹੋਣ ਕਰਕੇ ਪੜ੍ਹਾਈ ਤਾਂ ਉਸਨੇ ਕੀਤੀ ਨਹੀਂ ਸੀ। ਹਾਂ, ਕੰਮ ਵਿੱਚ ਕਾਰੀਗਰ ਜ਼ਰੂਰ ਬਣ ਗਿਆ। ਛੋਟੀ ਉਮਰੇ ਪੱਖਿਆਂ ਦੇ ਜੰਗਲੇ ਬਣਾ ਕੇ ਫੈਕਟਰੀਆਂ 'ਚ ਵੇਚਣ ਲੱਗ ਪਿਆ। ਘਰ ਵਿੱਚ ਕਾਰੀਗਰ ਰੱਖ ਲਏ। ਤੀਜਾ ਛੋਟਾ ਭਰਾ ਵੀ ਜਵਾਨ ਹੋ ਗਿਆ। ਸੁੱਖ ਨਾਲ ਪੜ੍ਹਾਈ ਉਸਨੇ ਵੀ ਨਹੀਂ ਕੀਤੀ। ਰਣਜੀਤ ਨੇ 4 ਕੁ ਜਮਾਤਾਂ ਪਾਸ ਜ਼ਰੂਰ ਕੀਤੀਆਂ ਸਨ। ਵੱਡੀ ਭੈਣ ਦਾ ਵਿਆਹ ਤਾਂ ਵਿਕਰਮ ਆਪਣੇ ਹੱਥੀਂ ਕਾਫੀ ਦੇਰ ਪਹਿਲਾਂ ਹੀ ਕਰ ਗਿਆ ਸੀ। ਵਿਆਹ ਵੀ ਪਿੰਡ ਵਿੱਚ ਹੀ ਹੋਇਆ ਸੀ। ਘਰ ਬਹੁਤ ਸੌਖਾ, ਮਾਲ ਡੰਗਰ ਬਹੁਤਾ ਤੇ ਸਾਰੇ ਭਰਾਵਾਂ ਵਿੱਚੋਂ ਰਣਜੀਤ ਦਾ ਜੀਜਾ ਹੀ ਸਭ ਤੋਂ ਵੱਡਾ ਸੀ। ਛੋਟੇ ਭਰਾ ਵੀ ਵੱਡੇ ਭਰਾ ਦੀ ਬਹੁਤ ਇੱਜ਼ਤ ਕਰਦੇ ਸਨ। ਘਰ ਵਿੱਚ ਬਹੁਤ ਏਕਤਾ ਸੀ। ਸਾਰਾ ਟੱਬਰ ਮਿਲ ਵਰਤਣ ਵਾਲਾ ਸੀ। ਸੁਰਜੀਤ ਕੌਰ ਉਸ ਘਰ ਵਿੱਚ ਬਹੁਤ ਵਧੀਆ ਸੈੱਟ ਹੋ ਗਈ। ਸੁਰਜੀਤ ਕੌਰ ਵੀ ਇਕੱਠੇ ਪਰਿਵਾਰ ਵਿੱਚ ਰਹਿਣਾ ਪਸੰਦ ਕਰਦੀ ਸੀ। ਇਕੱਲੇ ਰਹਿਣਾ ਉਸ ਨੂੰ ਪਸੰਦ ਨਹੀਂ ਸੀ। ਸੁਰਜੀਤ ਕੌਰ ਦੇ ਦਿਓਰ ਸੁਰਜੀਤ ਕੌਰ ਨੂੰ ਭਰਜਾਈ ਘੱਟ ਮਾਂ ਵੱਧ ਸਮਝਦੇ। ਸੱਸ ਨੇ ਸੁਰਜੀਤ ਕੌਰ ਨੂੰ ਹੱਥਾਂ 'ਤੇ ਚੁੱਕਿਆ ਹੋਇਆ ਸੀ। ਸਹੁਰਾ ਤਾਂ ਪਹਿਲਾਂ ਹੀ ਨਹੀਂ ਸੀ। ਰਣਜੀਤ ਦੀ ਮਾਂ ਤਾਂ ਅਕਸਰ ਸੁਰਜੀਤ ਕੌਰ ਨੂੰ ਮਿਲਣ ਪਿੰਡ ਆਉਂਦੀ ਸੀ। ਰਣਜੀਤ ਧਾਰਮਿਕ ਖਿਆਲ ਦਾ ਵਿਅਕਤੀ ਸੀ। ਸਿੱਖੀ ਵਿੱਚ ਉਹਦਾ ਪੂਰਾ ਵਿਸ਼ਵਾਸ ਸੀ। ਨਿਤਨੇਮ ਨਾਲ ਗੁਰਦੁਆਰੇ ਜਾਣਾ ਉਹਦੇ ਨੇਮ ਵਿੱਚ ਸੀ। ਮੰਦਰ ਮਸਜਿਦ ਦੀ ਵੀ ਉਹ ਦਿਲੋਂ ਕਦਰ ਕਰਦਾ। ਪੰਜਾਬੀ ਸੱਭਿਆਚਾਰ ਪ੍ਰਤੀ ਉਹਦੀ ਕਾਫੀ ਖਿੱਚ ਸੀ। ਉਹ ਅਕਸਰ ਹੀਰ ਰਾਂਝਾ, ਮਿਰਜ਼ਾ ਸਾਹਿਬਾ, ਸੋਹਣੀ ਮਹਿਮਾਲ, ਬਾਬਾ ਬੁੱਲੇ ਸ਼ਾਹ ਆਦਿ ਬਾਰੇ ਅਕਸਰ ਗਿਆਨ ਗੋਸ਼ਟੀ ਕਰਦਾ। ਉਹਦੀ ਜਾਣ ਪਹਿਚਾਣ ਹਮ ਉਮਰ ਨੌਜਵਾਨਾਂ ਨਾਲ ਘੱਟ ਸੀ। ਬਜ਼ੁਰਗ ਬੰਦਿਆਂ ਨਾਲ ਜ਼ਿਆਦਾ ਮੱਝਾਂ ਚਾਰਦਾ ਸੀ। ਉਹ ਵਿਚਾਰ ਵਟਾਂਦਰਾ ਕਰਦਾ। ਰਣਜੀਤ ਦਾ ਮਾਮਾ ਨਿਹੰਗ ਸਿੰਘ ਪ੍ਰਥਾ ਵਿੱਚ ਵਿਸ਼ਵਾਸ ਰੱਖਦਾ ਸੀ। ਰਣਜੀਤ ਮਾਮੇ ਨੂੰ ਅਕਸਰ ਡੇਰੇ 'ਚ ਮਿਲਦਾ। ਉਸ ਕੋਲੋਂ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ, ਕੁਰਬਾਨੀਆਂ
ਭਗਤੀ ਰਸ ਤੇ ਵੀਰ ਰਸ ਦੇ ਕਿੱਸੇ ਸੁਣਦਾ। ਉਸ ਦੇ ਮਨ ਅੰਦਰ ਭਗਤੀ ਤੇ ਵੀਰ ਰਸ ਦਾ ਜਜ਼ਬਾ ਪੈਦਾ ਹੁੰਦਾ ਗਿਆ। ਜਿਵੇਂ ਜਿਵੇਂ ਰਣਜੀਤ ਦੀਆਂ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਵੱਧ ਰਹੀਆਂ ਸੀ, ਉਵੇਂ ਉਵੇਂ ਰਣਜੀਤ ਹੋਰ ਸਿਆਣਾ ਹੋ ਰਿਹਾ ਸੀ। ਵੱਡੀ ਭੈਣ ਦੇ ਵਿਆਹ ਨੂੰ 10 ਸਾਲ ਤੋਂ ਉੱਪਰ ਹੋ ਚੁੱਕੇ ਸਨ। ਉੱਧਰ ਛੋਟੀ ਭੈਣ ਵੀ ਜਵਾਨ ਹੋ ਗਈ। ਮਾਂ ਨਾਲ ਸਲਾਹ ਕੀਤੀ ਕਿ ਪਿੰਡ ਵਿੱਚ ਵਿਆਹ ਕਰ ਦਿੱਤਾ। ਬਾਰਡਰ ਦੇ ਨਾਲ ਪਿੰਡ ਹੋਣ ਕਰਕੇ ਉੱਥੇ ਅਕਸਰ ਭਾਰਤ ਪਾਕਿਸਤਾਨ ਫੌਜਾਂ 'ਚ ਗੋਲਾਬਾਰੀ ਹੁੰਦੀ ਰਹਿੰਦੀ। ਉੱਥੇ ਸਮਾਜ ਵਿਰੋਧੀ ਅਕਸਰ ਲੋਕਾਂ ਦੇ ਘਰਾਂ 'ਚ ਲੁੱਕ ਕੇ ਰਹਿੰਦੇ। ਨਾਲੇ ਉਹ ਮੁੰਡਿਆਂ ਨੂੰ ਆਹਾਣਾ ਕਰਦੇ, ਨੌਜਵਾਨ ਮੁੰਡਿਆਂ ਨੂੰ ਗੁੰਮਰਾਹ ਕਰਦੇ। ਉਹਨਾਂ ਦਿਨਾਂ ਵਿੱਚ ਪੰਜਾਬ ਅੱਤਵਾਦ ਦਾ ਬੋਲਬਾਲਾ ਘੱਟ ਵੱਡ ਆਮ ਸੀ। ਮਹਿੰਦਰ ਕੌਰ ਦਾ ਵਿਆਹ ਹੋ ਗਿਆ। ਘਰ 'ਚ ਕੋਈ ਸੁੱਖ ਨਹੀਂ ਸੀ। ਖਸਮ ਕੋਈ ਕੰਮ ਨਹੀਂ ਸੀ ਕਰਦਾ। ਥੋੜ੍ਹੀ ਜ਼ਮੀਨ ਜਾਇਦਾਦ। ਮੱਖਣ ਸਿੰਘ ਮਹਿੰਦਰ ਕੌਰ ਦਾ ਘਰ ਵਾਲਾ ਸੀ। 2 ਕੁ ਸਾਲ ਲੰਘ ਗਏ। ਮੱਖਣ ਸਿੰਘ ਦੀ ਸੋਚ ਕੁੱਟ ਭਟਕਣ ਵਾਲੀ ਸੀ। ਅਕਸਰ ਦਹਿਸ਼ਤਗਰਦ ਮੱਖਣ ਸਿੰਘ ਦੇ ਘਰ ਆਉਂਦੇ ਜਾਂਦੇ। ਉਹਨਾਂ ਨਾਲ ਉਹਦੀ ਸਾਂਢ-ਕੱਠ ਹੋ ਗਈ। ਮਹਿੰਦਰ ਕੌਰ ਨੂੰ ਪਤਾ ਲੱਗਿਆ ਤਾਂ ਉਸਨੇ ਸੱਸ ਨਾਲ ਗੱਲ ਕੀਤੀ। ਤਾਂ ਸੱਸ ਨੇ ਮਹਿੰਦਰ ਕੌਰ ਨੂੰ ਕਿਹਾ, ਦੇਖ ਕੁੜੀਏ, ਤੇਰਾ ਕੰਮ ਚੁੱਲ੍ਹਾ ਚੌਂਕਾ ਕਰਨ ਦਾ, ਇਹਨਾਂ ਗੱਲਾਂ ਵਿੱਚ ਨਾ ਪੈ। ਮੁੰਡੇ ਕੀ ਕਰਦੇ ਨੇ, ਤੈਨੂੰ ਤਾਂ ਰੋਟੀ ਪਾਣੀ ਸੌਖਾ ਮਿਲਦਾ ਆ ਨਾ। ਬੀਬੀ, ਅਗਰ ਪੁਲਿਸ ਨੂੰ ਪਤਾ ਲੱਗ ਗਿਆ ਜਾਂ ਮੁਕਾਬਲਾ ਹੋ ਗਿਆ ਫਿਰ ਕੀ ਬਣੇਗਾ। ਇਹ ਲਫ਼ਜ਼ ਪੂਰੇ ਹੀ ਹੋਏ ਸੀ ਕਿ ਮੱਖਣ ਸਿੰਘ ਆਉਂਦਿਆਂ ਹੀ ਚਾਰੇ ਚਪੇੜਾ ਮਹਿੰਦਰ ਕੌਰ ਦੇ ਮਾਰ ਕੇ ਬੋਲਿਆ, ਅਸੀਂ ਧਰਮ ਦੀ ਲੜਾਈ ਲੜਦੇ ਹਾਂ, ਪੁਲਿਸ ਨਾਲ ਤਾਂ ਮੁਕਾਬਲਾ ਹੁੰਦਾ ਹੀ ਰਹਿੰਦਾ ਹੈ। ਅੱਗੇ ਤੋਂ ਸਾਡੇ ਮਾਮਲੇ ਵਿੱਚ ਬੋਲੀ ਤਾਂ ਜਿਉਂਦਾ ਨਹੀਂ ਛੱਡਾਂਗਾ। ਜਨਾਨੀ ਹੈ ਤਾਂ ਜਨਾਨੀ ਬਣ ਕੇ ਰਹਿ, ਬੰਦਿਆਂ ਦੇ ਮਾਮਲੇ ਵਿੱਚ ਬੋਲਣ ਦੀ ਲੋੜ ਨਹੀਂ। ਮਹਿੰਦਰ ਕੌਰ ਕੁਝ ਨਾ ਬੋਲੀ। ਹੰਝੂ ਸੁੱਟੇ ਤੇ ਚੁੱਪ ਹੋ ਗਈ। ਉਸ ਦਿਨ ਤੋਂ ਬਾਅਦ ਨਾ ਕਦੇ ਬੋਲੀ ਮਹਿੰਦਰ ਕੌਰ। ਉਸ ਦੀ ਸੱਸ ਬਹੁਤ ਤੇਜ਼ ਤਰਾਰ ਔਰਤ ਸੀ, ਜੋ ਨਿੱਤ ਮਹਿੰਦਰ ਕੌਰ 'ਤੇ ਜ਼ੁਲਮ ਕਰਦੀ। ਰਣਜੀਤ ਨੂੰ ਪਤਾ ਲੱਗਿਆ। ਉਹਨੂੰ ਬਹੁਤ ਗੁੱਸਾ ਆਇਆ ਤੇ ਮੱਖਣ ਸਿੰਘ ਨੂੰ ਕਹਿਣ ਲੱਗਾ, ਮੱਖਣ ਸਿੰਘ, ਤੀਵੀਆਂ ਨੂੰ ਕੁੱਟਣਾ ਕੋਈ ਸੂਰਮਿਆਂ ਵਾਲੀ ਗੱਲ ਨਹੀਂ ਹੁੰਦੀ। ਧਰਮ ਦੀ ਲੜਾਈ ਤੀਵੀਂ ਨੂੰ ਕੁੱਟ ਕੇ ਨਹੀਂ ਲੜੀ ਜਾਂਦੀ, ਜਾਂ ਫਿਰ ਮਾਂ ਦੇ ਮਗਰ ਲੱਗ ਕੇ। ਧਰਮ ਤਾਂ ਸਾਨੂੰ ਗਿਆਨ ਦਿੰਦਾ ਹੈ। ਮਾਂ ਨੂੰ ਆਪਣੀ ਥਾਂ ਤੇ, ਜਨਾਨੀ ਨੂੰ ਆਪਣੀ ਥਾਂ ਤੇ ਰੱਖੀਦਾ ਹੈ। ਧਰਮ ਵੀ ਕੁੜੀਆਂ ਦੀ ਇੱਜ਼ਤ ਕਰਨੀ ਸਿਖਾਉਂਦਾ। ਨਾਲੇ ਜਿਨ੍ਹਾਂ ਲੋਕਾਂ ਨਾਲ ਤੂੰ ਤੁਰਿਆ ਫਿਰਦਾ, ਕੱਲ੍ਹ ਨੂੰ ਕੋਈ ਅਬੀ-ਨਬੀ ਹੋ ਗਈ ਤਾਂ ਕੁੜੀਆਂ ਦਾ ਕੀ ਬਣੂ। ਕੰਮ ਕਾਰ ਵੱਲ ਤੇਰਾ ਧਿਆਨ ਕੋਈ ਨਹੀਂ। ਤੂੰ ਇਹ ਨਾ ਸਮਝੀ ਕਿ ਇਹਦੇ ਪਿੱਛੇ ਬੰਦੇ ਨਹੀਂ। ਘੱਟ ਅਸੀਂ ਵੀ ਨਹੀਂ। ਉਹ ਮੇਰਾ ਮਾਮਾ ਨਿਹੰਗ ਸਿੰਘ ਆ। ਉਹ ਨਿਹੰਗਾਂ ਦੀ ਛਾਉਣੀ ਦਾ ਮੁਖੀ ਵੀ ਆ। ਬੰਦੇ ਨੂੰ ਸੋਧਣਾ ਉਸਨੂੰ ਆਉਂਦਾ। ਅਗਰ ਭਰੋਸਾ ਨਹੀਂ ਤਾਂ ਸੱਦ ਲੈਂਦੇ ਆ। ਧਰਮ ਸਾਨੂੰ ਵੀ ਪਤਾ। ਤੈਨੂੰ ਧਰਮ ਬਾਰੇ ਸਾਡੇ ਨਾਲ ਜ਼ਿਆਦਾ ਜਾਣਕਾਰੀ ਨਹੀਂ। ਭਾਜੀ, ਤੁਸੀਂ ਤਾਂ ਬਸ ਐਵੇਂ ਹੀ ਗੁੱਸਾ ਕਰੀ ਜਾਂਦੇ ਹੋ। ਗਲਤੀ ਹੋ ਗਈ। ਅੱਗੇ ਤੋਂ ਮਹਿੰਦਰ ਕੌਰ ਨੂੰ ਹੱਥ ਨਹੀਂ ਲਾਵਾਂਗਾ। ਠੀਕ ਆ ਮੱਖਣ ਸਿਆਂ, ਅਸੀਂ ਕੋਈ ਤੇਰੇ ਵੈਰੀ ਨਹੀਂ। ਤੂੰ ਸਾਡਾ ਜਵਾਈ ਭਾਈ ਆ। ਤੇਰੀ ਇੱਜ਼ਤ ਦਾ ਸਾਡਾ ਫਰਜ਼ ਆ। ਤੂੰ ਘਰ ਵਿੱਚ ਸਭ ਤੋਂ ਵੱਡਾ, ਜ਼ਿੰਮੇਦਾਰੀ ਸਮਝ। ਇਹਨਾਂ ਮੁੰਡਿਆਂ ਦਾ ਪਿੱਛਾ ਛੱਡ ਤੇ ਮਾਲ ਡੰਗਰ ਦੇਖ। ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ ਚੱਲ। ਠੀਕ ਕਿਹਾ ਭਾ, ਤੇਰੀ ਗੱਲ। ਅੱਗੇ ਤੋਂ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਮੈਂ ਆਪਣੀ ਜ਼ਿੰਮੇਵਾਰੀ ਸਮਝਾਂਗਾ। ਬੀਬੀ ਜੀ, ਮੇਰੇ ਕੋਲੋਂ ਗਲਤੀ ਹੋ ਗਈ ਹੋਵੇ ਤਾਂ ਮਾफ़ ਕਰ ਦੇਣਾ। ਗੁੱਸੇ ਵਿੱਚ ਵੱਧ ਘੱਟ ਹੋ ਗਿਆ। ਮੈਂ ਵੀ ਮੱਖਣ ਸਿੰਘ ਵਾਂਗ ਤੁਹਾਡਾ ਪੁੱਤਰ ਹਾਂ। ਕੋਈ ਗੱਲ ਨਹੀਂ ਰਣਜੀਤ ਪੁੱਤ, ਮੈਂ ਗੁੱਸਾ ਨਹੀਂ ਕੀਤਾ। ਮਹਿੰਦਰ ਕੌਰ ਤੇਰੀ ਭੈਣ ਮੇਰੀ ਧੀ ਹੈ। ਮੈਨੂੰ ਪਤਾ ਹੈ ਤੂੰ ਕਿਵੇਂ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਸਾਂਭੀ ਹੋਈ ਆ। ਰਣਜੀਤ ਨੂੰ ਕੁਝ ਹੌਸਲਾ ਹੋਇਆ ਕਿ ਚਲੋ ਉਸ ਦੀ ਭੈਣ ਘਰ ਕੁਝ ਦਾ ਸੁਧਾਰ ਹੋਇਆ। ਵੱਡੀ ਭੈਣ ਸੁਰਿੰਦਰ ਕੌਰ ਦੇ ਘਰ 2 ਮੁੰਡੇ ਹੋਏ। ਵੱਡਾ ਤਾਂ ਸੁੱਖ ਨਾਲ ਹੁਣ ਗੱਭਰੂ ਹੋ ਗਿਆ। ਅਕਸਰ ਨਾਨਕੇ ਆਉਂਦਾ ਰਹਿੰਦਾ। ਰੱਜ ਕੇ ਸ਼ਰੀਫ ਤੇ ਮਿਹਨਤੀ ਸੀ। ਸੁਰਿੰਦਰ ਦਾ ਪਤੀ ਵੀ ਤਾਂ ਬਹੁਤ ਸ਼ਰੀਫ ਬੰਦਾ ਸੀ। ਵੱਡੇ ਭਰਾ ਦੇ ਹੁੰਦਿਆਂ ਛੋਟੇ ਭਰਾ ਨੂੰ ਕੋਈ ਫਿਕਰ ਨਹੀਂ ਸੀ। ਗੁਆਂਢੀ ਦੇ ਘਰ ਟੈਲੀਫੋਨ ਆਇਆ। ਰਣਜੀਤ ਸੁਣਨ ਗਿਆ। ਟੈਲੀਫੋਨ ਸੁਰਜੀਤ ਦੇ ਦਿਓਰ ਦਾ ਸੀ। ਰਣਜੀਤ ਨੇ ਅੱਗੋਂ ਟੈਲੀਫੋਨ ਚੁੱਕਿਆ ਤੇ ਬੋਲਿਆ, ਕੌਣ ਬੋਲ ਰਿਹਾ। ਮੈਂ ਦਲੀਪ ਸਿੰਘ ਬੋਲ ਰਿਹਾ। ਦੱਸ ਦਲੀਪ, ਕੀ ਗੱਲ ਆ। ਦਲੀਪ ਸਿੰਘ ਟੈਲੀਫੋਨ 'ਤੇ ਉੱਚੀ ਉੱਚੀ ਰੋਣ ਲੱਗ ਪਿਆ। ਕੀ ਹੋਇਆ ਦਲੀਪ ਸਿਆਂ। ਮਨਜੀਤ ਭਾ ਹੋਇਆ। ਮਨਜੀਤ ਸਿੰਘ ਨੂੰ ਰਣਜੀਤ। ਦਲੀਪ ਸਿੰਘ ਦੀ ਜ਼ੁਬਾਨ ਕੰਬ ਰਹੀ ਸੀ। ਕੀ ਹੋਇਆ ਹੈ ਮਨਜੀਤ ਸਿੰਘ ਨੂੰ, ਕੁਝ ਤਾਂ ਦੱਸੋ। ਰਣਜੀਤ ਭਾ, ਮਨਜੀਤ ਭਾ ਇਸ ਦੁਨੀਆ ਵਿੱਚ ਨਹੀਂ ਰਿਹਾ। ਇਹ ਕਿਵੇਂ ਹੋਇਆ, ਕਦ ਹੋਇਆ। ਤੁਸੀਂ ਪਿੰਡ ਆ ਜਾਓ, ਸਾਰੀ ਗੱਲਬਾਤ ਕਰਾਂਗੇ। ਮਾਂ ਨੂੰ ਤਾਂ ਐਵੇਂ ਲੱਗਾ ਜਿਵੇਂ ਉਹਦੀ ਦੁਨੀਆ ਹੀ ਉੱਜੜ ਗਈ ਹੋਵੇ। ਬਸ ਕੱਪੜੇ ਪਾਏ ਤੇ ਰਣਜੀਤ ਆਪਣੀ ਮਾਂ ਨੂੰ ਲੈ ਕੇ ਪਿੰਡ ਵੱਲ ਚੱਲ ਪਿਆ। ਘਰ ਗਏ ਤਾਂ ਕੀ ਦੇਖਿਆ, ਸੁਰਜੀਤ ਕੌਰ ਦੀ ਹਾਲਤ ਹਾਲੋਂ ਬੇਹਾਲ ਹੋਈ ਪਈ ਸੀ। ਬਾਰ-ਬਾਰ ਬੇਹੋਸ਼ ਹੋ ਰਹੀ ਸੀ। ਲੋੜਾ ਹੀ ਪੈ ਗਿਆ।
ਰੱਬ ਨੂੰ ਭੋਰਾ ਤਰਸ ਨਾ ਆਇਆ। ਸੁਰਜੀਤ ਕੌਰ ਗੱਲ-ਗੱਲ ਉੱਤੇ ਰੋ ਰਹੀ ਸੀ। ਕਿਵੇਂ ਹੋਇਆ? ਕੀ ਹੋਇਆ? ਅਜੇ ਪਿੱਛੇ ਜਿਹਾ ਘਰ ਆਇਆ ਸੀ, ਚੰਗਾ ਭਲਾ ਸੀ। ਫਿਰ ਅਚਾਨਕ ਕੀ ਹੋ ਗਿਆ? ਹੋਣਾ ਕੀ ਸੀ? ਰਾਤੀ ਚੰਗੇ ਭਲੇ ਸੀ। ਸਵੇਰੇ ਸਵਖਤੇ ਛਾਤੀ ਵਿੱਚ ਹੋਈ ਦਰਦ ਦੀ ਦਵਾਈ ਦਿੱਤੀ। ਕਹਿੰਦੇ ਦਰਦ ਠੀਕ ਹੋ ਗਈ। ਥੋੜ੍ਹੀ ਦੇਰ ਬਾਅਦ ਫਿਰ ਦਰਦ ਹੋਈ। ਮੰਜੇ 'ਤੇ ਲੇਟ ਗਏ। ਦਲੀਪ ਡਾਕਟਰ ਨੂੰ ਲੈ ਆਇਆ। ਡਾਕਟਰ ਨੇ ਕਿਹਾ ਇਹਨਾਂ ਨੂੰ ਤਾਂ ਲਿਜਾਣ ਦੀ ਜ਼ਰੂਰਤ ਨਹੀਂ, ਇਹ ਤਾਂ ਪੂਰੇ ਹੋ ਗਏ। ਬੀਬੀ ਬਸ ਕੁਝ ਹੀ ਪਲਾਂ ਵਿੱਚ ਮੇਰੇ ਹੱਥਾਂ ਵਿੱਚ ਹੀ ਪੂਰੇ ਹੋ ਗਏ। ਮੇਰੀਏ ਧੀਏ, ਮੈਂ ਤਾਂ ਜ਼ਿੰਦਗੀ ਵਿੱਚ ਕੋਈ ਸੁੱਖ ਨਹੀਂ ਸੀ ਦੇਖਿਆ। ਤੇਰਾ ਪਿਓ ਦੁੱਖ ਦਿੰਦਾ ਮੁੱਕ ਗਿਆ। ਹੁਣ ਤੇਰਾ ਗਮ ਮੈਨੂੰ ਜਿਉਣ ਨਹੀਂ ਦੇਵੇਗਾ। ਆਹ ਪਹਾੜ ਜਿੱਡੀ ਜ਼ਿੰਦਗੀ ਕਿਹਦੇ ਆਸਰੇ ਕੱਟੇਂਗੀ? ਬੀਬੀ ਬੱਚਿਆਂ ਦਾ ਹੀ ਆਸਰਾ। ਸੁੱਖ ਨਾਲ ਗੱਭਰੂ ਹੋ ਗਏ। ਇਹਨਾਂ ਨੂੰ ਪਿਓ ਦੇ ਆਸਰੇ ਦੀ ਲੋੜ ਸੀ। ਉਹਦਾ ਤਾਂ ਹਾਲੇ ਚਾਹ ਵੀ ਮੱਠਾ ਨਹੀਂ ਸੀ ਹੋਇਆ। ਰੱਬ ਪਤਾ ਨਹੀਂ ਸਾਡਾ ਵੈਰੀ ਕਿਉਂ ਬਣ ਗਿਆ। ਕਿਹੜੇ ਪਾਪ ਸਾਡੇ ਸਾਹਮਣੇ ਆਏ? ਨਾ ਪੁੱਤ, ਇਉਂ ਨਹੀਂ ਆਖੀਦਾ। ਤੂੰ ਭਲਾ ਕੀ ਪਾਪ ਕੀਤੇ ਨੇ? ਤੂੰ ਤਾਂ ਮੇਰਾ ਸਾਊ ਪੁੱਤ ਆ। ਮਨਜੀਤ ਤਾਂ ਪੂਰਾ ਦੇਵਤਾ ਸੀ। ਦੇਵਤਾ ਕਦੇ ਕਿਸੇ ਅੱਗੇ ਨਹੀਂ ਸੀ ਬੋਲਿਆ। ਬੀਬੀ ਬੀਬੀ ਕਹਿੰਦੇ ਉਹਦਾ ਮੂੰਹ ਨਹੀਂ ਸੀ ਥੱਕਦਾ। ਦੋਵੇਂ ਭਰਾ ਐਨੇ ਨੇਕ ਕਿ ਸਾਰਾ ਜਹਾਨ ਤਾਰੀਫ ਕਰਦਾ ਇਹਨਾਂ ਦੀ। ਬੀਬੀ ਦਲੀਪ ਕੌਰ ਦੀ ਹਾਲਤ ਤਾਂ ਬਹੁਤ ਮਾੜੀ ਆ। ਉਹ ਤਾਂ ਭਰਾ ਦੇ ਬਿਨਾਂ ਸਾਹ ਨਹੀਂ ਸੀ ਭਰਦਾ। ਭਰਾ ਨਹੀਂ, ਪਿਓ ਸਮਝਦਾ ਸੀ। ਭਾਵੇਂ ਉਮਰ ਵਿੱਚ 1 ਸਾਲ ਦਾ ਫਰਕ ਸੀ, ਮੋਢਿਆਂ 'ਤੇ ਚੁੱਕੀ ਫਿਰਦਾ ਸੀ। ਜਨਾਨੀ ਦਾ ਸਿਆਪਾ ਮੁੱਕ ਗਿਆ। ਜਦ ਇਹ ਸਿੱਧੀ ਹੋਈ ਤਾਂ ਬਗੈਰ ਪੈਸੇ ਲਏ ਤਲਾਕ ਹੋ ਗਿਆ। ਪਿਓ ਨੇ ਵੱਖਰੇ ਹੱਥ ਜੋੜੇ। ਦਲੀਪ ਰੋਂਦਾ ਹੋਇਆ ਆਇਆ। ਬੀਬੀ ਆ ਕੀ ਹੋ ਗਿਆ? ਮੇਰੀ ਤਾਂ ਬਾਂਹ ਭੱਜ ਗਈ। ਮੇਰਾ ਤਾਂ ਲੱਕ ਟੁੱਟ ਗਿਆ। ਮੈਂ ਤਾਂ ਭਾ ਦੇ ਸਿਰ 'ਤੇ ਸ਼ੇਰ ਸੀ, ਹੁਣ ਤਾਂ ਮੈਂ ਗਿੱਦੜ ਹੋ ਗਿਆ। ਭਾਬੀ ਕਿਵੇਂ ਕੱਟੇਗੀ ਜ਼ਿੰਦਗੀ? ਮੈਨੂੰ ਤਾਂ ਇਹਨਾਂ ਬੱਚਿਆਂ ਦਾ ਆਉਂਦਾ, ਇਹਨਾਂ ਦਾ ਕੀ ਬਣੇਗਾ? ਭਾ ਨੂੰ ਤਾਂ ਬੱਚਿਆਂ ਨਾਲ ਮੋਹ ਹੀ ਬਹੁਤ ਸੀ। ਬੱਚੇ ਵੀ ਭਾ ਤੋਂ ਬਗੈਰ ਸਾਹ ਨਹੀਂ ਸੀ ਭਰਦੇ। ਸਵੇਰੇ ਉੱਠਦੇ ਸਾਰ ਮਾਂ ਨੂੰ ਨਹੀਂ ਬੁਲਾਉਂਦੇ, ਪਿਓ ਨੂੰ ਦੇਖਣਾ ਚਾਹੁੰਦੇ ਸੀ। ਸਮਾਂ ਆਪਣੀ ਰਫ਼ਤਾਰ ਚੱਲਦਾ ਰਿਹਾ। ਬਰਾਦਰੀ ਤੇ ਸਭ ਦੀ ਰਜਾਮੰਦੀ ਨਾਲ ਸੁਰਜੀਤ ਕੌਰ ਤੇ ਦਲੀਪ ਸਿੰਘ ਵਿੱਚ ਚਾਦਰ ਪਾ ਲਈ। ਦਿਓਰ ਭਰਜਾਈ ਪਤੀ ਪਤਨੀ ਬਣ ਗਏ। ਬੱਚਿਆਂ ਨੂੰ ਪਿਓ ਮਿਲ ਗਿਆ। ਸਿਆਣਪ ਕੀਤੀ। ਘਰ ਦੀ ਇੱਜ਼ਤ ਘਰ ਵਿੱਚ ਰਹਿ ਗਈ। ਰਣਜੀਤ ਤੇ ਉਹਦੀ ਮਾਂ ਦਾ ਫਿਕਰ ਮੁੱਕਿਆ। ਹਾਲੀ ਇਹ ਜ਼ਖਮ ਭਰੇ ਹੀ ਸੀ ਕਿ ਇੱਕ ਹੋਰ ਵੱਡਾ ਧੱਕਾ ਰਣਜੀਤ ਤੇ ਉਹਦੀ ਮਾਂ ਨਾਲ ਹੋ ਗਿਆ। ਰੱਬ ਤਾਂ ਹੱਥ ਧੋ ਕੇ ਰਣਜੀਤ ਦੇ ਪਰਿਵਾਰ ਪਿੱਛੇ ਪਿਆ ਹੋਇਆ ਸੀ। ਪੁਲਿਸ ਮੁਕਾਬਲਾ ਹੋਇਆ। ਖੂਬ ਗੋਲੀਬਾਰੀ ਹੋਈ ਤੇ ਮੱਖਣ ਸਿੰਘ ਆਪਣੇ 4 ਸਾਥੀਆਂ ਨਾਲ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਪੁਲਿਸ ਨੇ ਘਰ ਨੂੰ ਘੇਰ ਲਿਆ। ਮੱਖਣ ਸਿੰਘ ਸਮਾਜ ਵਿਰੋਧੀ ਅਨਸਰਾਂ ਨੂੰ ਘਰ ਵਿੱਚ ਪਨਾਹ ਦਿੰਦਾ ਸੀ। ਪਾਕਿਸਤਾਨ ਤੋਂ ਹਥਿਆਰ ਲਿਆ ਕੇ ਦਹਿਸ਼ਤਗਰਦੀ ਵਾਰਦਾਤਾਂ ਕਰਦੇ ਸਨ। ਫੜੇ ਜਾਣ ਦੇ ਡਰ ਕਾਰਨ ਮੱਖਣ ਸਿੰਘ ਦਾ ਛੋਟਾ ਭਰਾ ਰੂਪੋਸ਼ ਹੋ ਗਿਆ ਤੇ ਮੱਖਣ ਸਿੰਘ ਦੀ ਲਾਸ਼ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ। ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ। ਮੱਖਣ ਸਿੰਘ ਦੇ ਘਰ ਦੀ ਪੁਲਿਸ ਨੇ ਚੱਪਾ-ਚੱਪਾ ਤਲਾਸ਼ੀ ਲਈ। ਮੱਖਣ ਸਿੰਘ ਦੇ ਸੱਜਣ ਕੰਮ ਆਏ। ਪੁਲਿਸ 'ਤੇ ਪ੍ਰਭਾਵ ਪੈ ਗਿਆ। ਉਹ ਰਾਜਨੀਤਿਕ ਲੋਕ ਹੋਣ ਕਰਕੇ ਪੁਲਿਸ ਨੇ ਮੱਖਣ ਸਿੰਘ ਦੇ ਘਰ ਦਾ ਪਿੱਛਾ ਛੱਡਿਆ। ਸ਼ਮਸ਼ੇਰ ਸਿੰਘ ਘਰ ਆ ਗਿਆ। ਰਣਜੀਤ ਸਿੰਘ ਤੇ ਉਹਦੀ ਮਾਂ ਵੀ ਘਰ ਆ ਗਏ। ਰਣਜੀਤ ਦੀ ਮਾਂ ਬੋਲੀ, ਮੱਖਣ ਸਿੰਘ ਤਾਂ ਨਾ ਰਿਹਾ ਨਹੀਂ। ਕੁੜੀ ਦਾ ਇੱਥੇ ਕੀ ਕੰਮ? ਅਸੀਂ ਕੁੜੀ ਲੈ ਜਾਂਦੇ ਹਾਂ, ਮੁੜ ਕੇ ਕੁੜੀ ਇੱਥੇ ਨਹੀਂ ਆਵੇਗੀ। ਕਿਉਂ, ਅਸੀਂ ਸਭ ਮਰ ਗਏ? ਜੇ ਮੱਖਣ ਨਹੀਂ ਰਿਹਾ ਤਾਂ ਅਸੀਂ ਤਾਂ ਹੈਗੇ। ਤੁਸੀਂ ਕੁੜੀ ਨੂੰ ਕਿਵੇਂ ਲੈ ਜਾਓਗੇ? ਅਸੀਂ ਕੁੜੀ ਵਿਆਹ ਕੇ ਲਿਆਈ ਆ। ਮੱਖਣ ਸਿੰਘ ਕੁੜੀ ਨੂੰ ਕੱਢ ਕੇ ਨਹੀਂ ਲਿਆਇਆ ਸੀ। ਸਿਰ ਦੇ ਵਾਲਾਂ ਨੂੰ ਪੈਂਦੀ ਕੁੜੀ ਦੀ ਸੱਸ ਬੋਲੀ। ਮਾਸੀ ਭੋਰਾ ਰੱਬ ਕੋਲੋਂ ਡਰ। ਇੱਕੋ ਸਾਡਾ ਭਰਾ ਮੁੱਕ ਗਿਆ, ਦੂਸਰਾ ਤੁਸੀਂ ਦੁੱਖ ਤਾਂ ਕੀ ਵੰਡਾਉਣਾ ਸੀ, ਉਲਟਾ ਭਾਬੀ ਨੂੰ ਲਿਜਾਣ ਦੀ ਗੱਲ ਕਰਦੇ ਹੋ। ਭਾਬੀ ਕੋਈ ਛੜੀ ਮਲੰਗ ਨਹੀਂ, ਅਸੀਂ ਕੋਈ ਸ਼ਹਿਰੀ ਨਹੀਂ, ਜਿਵੇਂ ਮਰਜ਼ੀ ਕਰੋ। ਸਾਡੇ 'ਚ ਸ਼ਰਮ ਆ। ਅਸੀਂ ਪੇਂਡੂ ਬੰਦੇ ਆ। ਅਸੀਂ ਮਰਦੇ ਮਰ ਜਾਵਾਂਗੇ, ਪਰ ਆਪਣੀ ਇੱਜ਼ਤ ਨੂੰ ਬਾਹਰ ਨਹੀਂ ਜਾਣ ਦੇਵਾਂਗੇ। ਬੱਚੇ ਵੀ ਸਾਡੇ ਕੋਲ ਰਹਿਣਗੇ। ਤੁਸੀਂ ਕੁੜੀ ਵਿਆਹ ਦਿੱਤੀ, ਤੁਹਾਡਾ ਕੰਮ ਖਤਮ ਬਸ। ਗੱਲ ਸੁਣ ਲਓ ਸਾਡੀ, ਬੁਰੀ ਲੱਗੇ ਜਾਂ ਚੰਗੀ, ਮੈਂ ਆਪਣੀ ਨੂੰਹ ਨੂੰ ਛੋਟੇ ਦੇ ਲੜ ਲਿਆ ਦੇਵਾਂਗੀ। ਵੱਡਾ ਨਹੀਂ ਰਿਹਾ ਤਾਂ ਛੋਟੇ ਦੀ ਤੀਵੀਂ ਬਣ ਕੇ ਰਹੂ। ਘਰ ਦੀ ਇੱਜ਼ਤ ਘਰ 'ਚ ਰਹੂਗੀ। ਇਹ ਨਹੀਂ ਹੋ ਸਕਦਾ। ਇਹ ਕਿਉਂ ਨਹੀਂ ਹੋ ਸਕਦਾ? ਵੱਡੀ ਕੁੜੀ ਦਾ ਸਾਕ ਵੀ ਤਾਂ ਉਸ ਛੋਟੇ ਦਿਓਰ ਨਾਲ ਕੀਤਾ ਸੀ। ਭੈਣ ਜੀ, ਚਾਹੇ ਖੂਨ ਖਰਾਬਾ ਹੋ ਜਾਵੇ, ਚਾਹੇ ਪਿਆਰ ਨਾਲ ਮੰਨ ਜਾਓ, ਸਾਨੂੰ ਸਭ ਰਸਤੇ ਆਉਂਦੇ ਨੇ। ਸੋ ਹੱਥ ਰੱਸਾ ਸਿਰੇ ਤੇ ਗੰਢ, ਤੁਹਾਡੀ ਕੁੜੀ ਸ਼ਮਸ਼ੇਰ ਦੀ ਹੀ ਤੀਵੀਂ ਬਣੇਗੀ। ਕਰ ਲਿਓ ਜੋ ਕਰਨਾ ਤੁਸੀਂ। ਰਣਜੀਤ ਤੇ ਰਣਜੀਤ ਦੀ ਮਾਂ ਦੀ ਕੋਈ ਪੇਸ਼ ਨਾ ਗਈ। ਉਹਨਾਂ ਅੱਗੇ ਅੰਤ ਵਿਆਹ ਹੋ ਗਿਆ। ਸ਼ਮਸ਼ੇਰ ਸਿੰਘ ਵੀ ਸਮਾਜ ਵਿਰੋਧੀ ਗਤੀਵਿਧੀਆਂ ਸਰਗਰਮ ਹੋਣ ਕਰਕੇ ਉਸਦੀ ਪਤਨੀ ਡਰੀ ਰਹਿੰਦੀ। ਸੱਸ ਕਾਫੀ ਕਪੱਤੀ, ਗੱਲ-ਗੱਲ 'ਤੇ ਵੱਢ ਖਾਣ ਨੂੰ ਪੈਂਦੀ।
ਸ਼ਮਸ਼ੇਰ ਵੀ ਗੱਲ-ਗੱਲ 'ਤੇ ਰੋਅਬ ਪਾਉਂਦਾ ਤੇ ਕੋਈ ਉਸ ਦੀ ਗੱਲ ਨਹੀਂ ਸੀ ਮੰਨਦਾ। ਜਨਾਨੀ ਦੇ ਪੇਕਿਆਂ ਨੂੰ ਗਾਲਾਂ ਕੱਢਦਾ। ਸਾਲ ਕੁ ਰੋਂਦੇ ਪਿੱਟਦੇ ਲੰਘ ਗਏ। ਇੱਕ ਦਿਨ ਸੁਨੇਹਾ ਆਇਆ ਕਿ ਰਣਜੀਤ ਦੀ ਛੋਟੀ ਭੈਣ ਮਹਿੰਦਰ ਕੌਰ ਮਰ ਗਈ ਆ। ਮਾਂ ਪੁੱਤ ਫਿਰ ਦੌੜੇ ਗਏ। ਜਾਂਦਿਆਂ ਨੂੰ ਕੁੜੀ ਦੀ ਚਿਤਾ ਨੂੰ ਅੱਗ ਲਾ ਦਿੱਤੀ ਗਈ ਸੀ। ਜਦ ਰਣਜੀਤ ਦੀ ਮਾਂ ਨੇ ਕਿਹਾ ਉਡੀਕ ਲੈਣਾ ਸੀ, ਇੰਨੀ ਕਿਹੜੀ ਕਾਹਲੀ ਪਈ ਸੀ, ਨਾਲੇ ਸਾਡੀ ਵੀ ਕੁੜੀ ਆ, ਕਿਵੇਂ ਮਰੀ? ਮਹਿੰਦਰ ਕੌਰ ਦੀ ਸੱਸ ਗਲੇਡੂ ਸੁੱਟਦੀ ਬੋਲੀ, ਤੁਹਾਨੂੰ ਨਹੀਂ ਪਤਾ, ਨਿੱਤ ਦਾ ਬਿਮਾਰ ਰਹਿੰਦੀ ਸੀ, ਉਸ ਉੱਪਰ ਬਹੁਤ ਸਾਰੇ ਪੈਸੇ ਖਰਚ ਦਿੱਤੇ, ਬਿਮਾਰੀ ਠੀਕ ਨਾ ਹੋਈ ਤਾਂ ਮਰ ਗਈ। ਸ਼ਮਸ਼ੇਰ ਦਾ ਰੁੱਖਾ ਜਿਹਾ ਜਵਾਬ ਸੀ। ਨਾਲੇ ਫਿਰ ਉਡੀਕ ਕਰਨ ਦਾ ਕੀ ਫਰਕ ਪੈਣਾ ਸੀ? ਲਾਸ਼ ਦੀ ਮਿੱਟੀ ਖਰਾਬ ਕਰਨ ਵਾਲੀ ਗੱਲ ਸੀ। ਦਵਾਈਆਂ ਨਾਲ ਤਾਂ ਪਹਿਲਾਂ ਹੀ ਦੇਰ ਸਰੀਰ ਖਰਾਬ ਹੋ ਚੁੱਕਿਆ ਸੀ। ਰਾਤ ਦੀ ਮੁੱਕੀ ਪਈ, ਅਗਲੇ ਦਿਨ ਤਾਂ ਸੰਸਕਾਰ ਕਰਨਾ ਹੀ ਸੀ। ਸਾਨੂੰ ਕਹਿੰਦੇ ਸੰਸਕਾਰ ਛੇਤੀ ਕੀਤਾ। ਤੁਸੀਂ ਇੰਨੀ ਲੇਟ ਕਿਉਂ ਆਏ? ਛੋਟੇ ਹਸਪਤਾਲ ਵਿੱਚ ਉਹਦਾ ਬੁਖਾਰ ਨਹੀਂ ਸੀ ਟੁੱਟ ਰਿਹਾ। ਹਸਪਤਾਲ ਕਿਹੜਾ ਨੇੜੇ ਆ? ਆਪਣਾ ਵੀ ਤਾਂ ਕਸੂਰ ਮੰਨੋ। ਸਵਾਲ ਤਾਂ ਐਵੇਂ ਕਰ ਰਹੇ ਹੋ ਜਿਵੇਂ ਤੁਹਾਡੀ ਕੁੜੀ ਅਸੀਂ ਮਾਰੀ ਹੋਵੇ। ਸ਼ਮਸ਼ੇਰ ਦੇ ਕੁਰੇਖੇ ਜਿਹੇ ਬੋਲ। ਸ਼ਮਸ਼ੇਰ ਦੀ ਇਹ ਭਾਸ਼ਾ ਸੁਣ ਕੇ ਨਾਲ ਆਏ ਨਿਹੰਗ ਸਿੰਘ ਮਾਮੇ ਤੇ ਰਣਜੀਤ ਗਰਮ ਹੋ ਗਏ। ਬੋਲੇ, ਤੁਸੀਂ ਕੁੜੀ ਮਾਰਨ ਵਿੱਚ ਕੋਈ ਕਸਰ ਨਹੀਂ ਛੱਡੀ। ਆਪਣੀ ਕਾਣ ਕਰਕੇ ਕੁੜੀ ਦਾ ਸੰਸਕਾਰ ਪਹਿਲਾਂ ਹੀ ਕਰ ਦਿੱਤਾ। ਗੁੱਸਾ ਤਾਂ ਸਾਨੂੰ ਵੀ ਆਉਂਦਾ, ਪਰ ਅਸੀਂ ਕੰਜਰਾਂ ਨਾਲ ਕੰਜਰ ਨਹੀਂ ਬਣਨਾ। ਅਗਰ ਤੂੰ ਵੱਡਾ ਸੂਰਮਾ ਤਾਂ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ। ਮੈਨੂੰ ਤਾਂ ਇਸ ਰਿਸ਼ਤੇ ਦੀ ਸਰਾਫਤ ਹੀ ਮਾਰ ਗਈ। ਟੱਕਰ ਲੈਣੀ ਸੀ ਤਾਂ ਸਾਡੇ ਨਾਲ ਲੈਂਦਾ। ਬੰਦੂਕਾਂ ਤੁਹਾਡੇ ਕੋਲ ਨਹੀਂ, ਸਾਡੇ ਕੋਲ ਵੀ ਬਹੁਤ ਨੇ। ਅਸੀਂ ਬੰਦਾ ਮਾਰਨ ਤੋਂ ਪਹਿਲਾਂ ਸੋਚਦੇ ਨਹੀਂ, ਮਾਰ ਕੇ ਵਿਚਾਰ ਕਰਦੇ ਹਾਂ। ਸ਼ਮਸ਼ਾਨ ਘਾਟ ਵਿੱਚ ਜੰਗ ਦਾ ਅਖਾੜਾ ਬਣਦਾ ਨਜ਼ਰ ਆ ਰਿਹਾ ਸੀ। ਦੋਵੇਂ ਦੇ ਸਾਂਝੇ ਰਿਸ਼ਤੇਦਾਰ ਗੱਲ ਮੁਕਾ ਦਿੱਤੀ। ਸ਼ਮਸ਼ਾਨ ਘਾਟ ਵਿੱਚ ਹੀ ਰਣਜੀਤ ਸਿੰਘ ਤੇ ਉਹਦੇ ਰਿਸ਼ਤੇਦਾਰ ਵਾਪਸ ਚਲੇ ਗਏ। ਉੱਧਰ ਰਣਜੀਤ ਸਿੰਘ ਦੇ ਛੋਟੇ ਭਰਾ ਵੀ ਜਵਾਨ ਹੋਣ ਲੱਗੇ ਸੀ। ਦਿਨੋਂ ਦਿਨ ਰਣਜੀਤ ਸਿੰਘ ਦੀ ਉਮਰ ਵੱਧ ਰਹੀ ਸੀ। ਜ਼ਿਆਦਾ ਮਿਹਨਤ ਦੇ ਨਾਲ ਰਣਜੀਤ ਦੀ ਸਿਹਤ ਤੇ ਨਜ਼ਰ ਵੀ ਕਮਜ਼ੋਰ ਹੋ ਰਹੀ ਸੀ। ਉਹਦੇ ਰਿਸ਼ਤੇ ਦੀ ਗੱਲ ਚੱਲੀ ਤਾਂ ਦੂਰ ਪ੍ਰਦੇਸਾਂ ਵਿੱਚ। ਕੁੜੀ ਦੇ ਮਾਪਿਓ ਨਹੀਂ ਸੀ, ਮਾਮੇ ਮਾਮਿਆਂ ਨੇ ਪਾਲੀ ਸੀ, ਧੀਆਂ ਵਾਂਗ ਰੱਖੀ ਸੀ। ਪਿੱਛੋਂ ਕੁੜੀ ਵਾਲੇ ਆਏ ਤਾਂ ਰਣਜੀਤ ਦੀ ਗੱਲ ਚੱਲੀ ਤਾਂ ਉਹਦਾ ਛੋਟਾ ਭਰਾ ਪਸੰਦ ਆ ਗਿਆ। ਮਾਂ ਨੇ ਸੋਚਿਆ ਵੱਡਾ ਤਾਂ ਸਾਊ ਪੁੱਤਾ, ਇਹ ਵਿਗੜਿਆ ਨਵਾਬ, ਇਹਦਾ ਵਿਆਹ ਹੋ ਜਾਵੇ ਤਾਂ ਸ਼ਾਇਦ ਸੁਧਰ ਜਾਵੇ। ਸੋ ਮਾਂ ਨੇ ਇਸੇ ਵਿੱਚ ਭਲੀ ਸੋਚੀ। ਛੋਟੇ ਦਾ ਰਿਸ਼ਤਾ ਮਨਜ਼ੂਰ ਕਰ ਲਿਆ ਤੇ ਵਿਆਹ ਹੋ ਗਿਆ। ਰਣਜੀਤ ਨੇ ਵੀ ਕੋਈ ਇਤਰਾਜ਼ ਨਾ ਕੀਤਾ। ਉਸ ਨੇ ਸੋਚਿਆ ਚਲੋ ਛੋਟੇ ਦਾ ਘਰ ਵਸ ਗਿਆ। ਕੁਝ ਸਮੇਂ ਬਾਅਦ ਬੱਚੇ ਵੀ ਹੋ ਗਏ। ਸੁੱਖ ਨਾਲ ਛੋਟੇ ਦਾ ਚੰਗਾ ਕਾਰੋਬਾਰ ਚੱਲ ਪਿਆ। ਪਹਿਲੇ ਠੇਕੇਦਾਰੀ ਵਿੱਚ ਬਿਜਲੀ ਦੀ ਫਿਟਿੰਗ ਕਰਨ ਲੱਗ ਪਿਆ। ਪੈਸੇ ਇਕੱਠੇ ਕਰਕੇ ਰਣਜੀਤ ਦੀ ਮਦਦ ਨਾਲ ਉਸ ਨੇ ਆਪਣੀ ਨਿੱਜੀ ਦੁਕਾਨ ਕਰ ਲਈ। ਉੱਧਰ ਰਣਜੀਤ ਸਿੰਘ ਦੀ ਉਮਰ ਕਾਫੀ ਵੱਧ ਗਈ ਸੀ। ਵਿਆਹ ਦਾ ਸਮਾਂ ਵੀ ਨਿਕਲਦਾ ਜਾ ਰਿਹਾ ਸੀ। ਮਾਂ ਨੂੰ ਰਣਜੀਤ ਦੇ ਵਿਆਹ ਦੀ ਚਿੰਤਾ ਸਤਾਉਣ ਲੱਗ ਪਈ। ਹੁਣ ਤਾਂ ਰਣਜੀਤ ਵੀ ਖੁਦ ਮਹਿਸੂਸ ਕਰਨ ਲੱਗ ਪਿਆ ਸੀ ਕਿ ਉਹਦਾ ਵੀ ਵਿਆਹ ਕਰ ਲੈਣਾ ਚਾਹੀਦਾ। ਚਾਹੁਣ ਨਾਲ ਕੀ ਹੁੰਦਾ, ਗੱਲ ਤਾਂ ਬਣਾਉਂਦੇ ਹੀ ਬਣ ਗਈ। ਮਾਂ ਕਹਿੰਦੀ ਮੈਨੂੰ ਤਾਂ ਤਲਾਕਸ਼ੁਦਾ ਜਾਂ ਵਿਧਵਾ ਹੀ ਮਿਲ ਜਾਵੇ, ਜਾਤ ਬਰਾਦਰੀ ਕੌਣ ਦੇਖਦਾ, ਬਸ ਕਿਸੇ ਤਰੀਕੇ ਨਾਲ ਮੇਰੇ ਰਣਜੀਤ ਦਾ ਘਰ ਵਸ ਜਾਵੇ। ਰਣਜੀਤ ਦੇ ਸੰਜੋਗ ਹੀ ਢਿੱਲੇ ਹਨ। ਕੁੜੀ ਨਜ਼ਰ ਮਾਰਿਆ ਹੀ ਨਹੀਂ ਮਿਲ ਰਹੀ ਸੀ। ਤਾਰਾ ਸਿੰਘ ਰਣਜੀਤ ਸਿੰਘ ਦਾ ਗੁਆਂਢੀ ਸੀ। ਰਣਜੀਤ ਦਾ ਬਚਪਨ ਉਹਦੇ ਘਰ ਦੇ ਇਰਦ ਗਿਰਦ ਹੀ ਬਤੀਤ ਹੋਇਆ ਸੀ। ਤਾਰਾ ਸਿੰਘ ਦੇ ਮੁੰਡੇ ਦਲੇਰ ਸਿੰਘ ਤੇ ਪ੍ਰਤਾਪ ਸਿੰਘ ਜੁੜਵੇ ਸਨ ਤੇ ਉਹ ਰਣਜੀਤ ਦੇ ਬਚਪਨ ਦੇ ਪੱਕੇ ਦੋਸਤ ਸਨ। ਤਾਰਾ ਸਿੰਘ ਦੀ ਪਤਨੀ ਬਲਬੀਰ ਕੌਰ ਰਣਜੀਤ ਦੀ ਮਾਂ ਨੂੰ ਅਕਸਰ ਮਿਲਦੀ ਰਹਿੰਦੀ। ਇੱਕ ਦਿਨ ਰਣਜੀਤ ਦੀ ਮਾਂ ਨੇ ਆਪਣੇ ਮੁੰਡੇ ਬਾਰੇ ਬਲਬੀਰ ਕੌਰ ਨਾਲ ਗੱਲ ਕੀਤੀ। ਮੈਨੂੰ ਤਾਂ ਬਸ ਹੁਣ ਰਣਜੀਤ ਦਾ ਫਿਕਰ ਆ। ਰਣਜੀਤ ਦਾ ਸਾਕ ਹੋ ਜਾਵੇ ਤਾਂ ਮੈਂ ਸੁੱਖ ਦਾ ਸਾਹ ਲਵਾਂ। ਮੈਨੂੰ ਨਹੀਂ ਲੱਗਦਾ ਕਿ ਵਾਹਿਗੁਰੂ ਮੇਰੀ ਇਹ ਇੱਛਾ ਪੂਰੀ ਕਰੂਗਾ। ਮੇਰੇ ਬਾਅਦ ਮੇਰੇ ਪੁੱਤ ਦਾ ਕੀ ਬਣੇਗਾ? ਇਹ ਗੱਲ ਤਾਂ ਠੀਕ ਆ ਤੇਰੀ। ਰਣਜੀਤ ਦੀ ਬੇਬੀ, ਮੁੰਡੇ ਦੀ ਉਮਰ ਹੁਣ ਕਾਫੀ ਹੋ ਗਈ। ਛੋਟੇ ਦੇ ਤਾਂ ਬਾਲ ਬੱਚੇਦਾਰ ਵੀ ਹੋ ਗਏ। ਵੱਡਾ ਹਾਲੀ ਉਹੀ ਤੁਰਿਆ ਫਿਰਦਾ। ਮੁੰਡੇ ਵਿੱਚ ਕੋਈ ਨੁਕਸ ਨਹੀਂ, ਸਿਆਣਾ ਐਬ ਨਹੀਂ ਕੋਈ, ਜ਼ਿੰਮੇਵਾਰ, ਕਮਾਊ, ਰੱਬ ਨੂੰ ਯਾਦ ਕਰਨ ਵਾਲਾ। ਲੀਡਰਾਂ ਵਿੱਚ ਉਹਦਾ ਉੱਠਣਾ ਬੈਠਣਾ। ਸਾਰਾ ਮੁਹੱਲਾ ਉਹਦੀ ਸ਼ਰਾਫਤ ਦੇ ਗਵਾਹੀ ਭਰਦਾ ਤੇ ਵਿਆਹ ਫਿਰ ਵੀ ਨਹੀਂ ਹੋ ਰਿਹਾ। ਭੈਣ ਜੀ ਤੁਸੀਂ ਉਹ ਕੋਈ ਕੁੜੀ ਦੇਖੋ, ਗਰੀਬ, ਲੋੜਵੰਦ, ਵਿਧਵਾ ਜਾਂ ਤਲਾਕਸ਼ੁਦਾ ਵੀ ਚੱਲੇਗੀ। ਜਾਤ ਪਾਤ ਦੀ ਕੋਈ ਗੱਲ ਨਹੀਂ, ਬਸ ਘਰ ਸਾਂਭਣ ਵਾਲੀ ਹੋਵੇ। ਰਣਜੀਤ ਦੀ ਬੇਬੇ ਇੱਕ ਕੁੜੀ ਤੁਹਾਡੀ ਬਰਾਦਰੀ ਦੀ ਆ। ਅੱਛਾ, ਕਿੱਥੇ? ਕਿਹਦੀ ਕੁੜੀ? ਹੈ ਤਾਂ ਆਪਣੇ ਹੀ ਸ਼ਹਿਰ ਵਿੱਚ, ਆਪਣੇ ਘਰ ਤੋਂ ਕੁਝ ਦੂਰ, ਮੇਰੀ ਬਹੁਤ ਪੁਰਾਣੀ ਸਹੇਲੀ ਦੀ ਕੁੜੀ ਆ। ਉਹਦੇ ਘਰ ਵਾਲੇ ਨੇ ਮੈਨੂੰ ਆਪਣੀ ਭੈਣ ਬਣਾਇਆ ਹੋਇਆ।
ਬੱਚੇ ਵੀ ਮਾਸੀ ਤੋਂ ਛੁੱਟ ਗੱਲ ਨਹੀਂ ਕਰਦੇ। ਕੁੜੀ ਮੇਰੇ ਹੱਥਾਂ 'ਚ ਪਲੀ ਆ। ਕੁੜੀ ਦੀ ਲੱਤ ਵਿੱਚ ਮਾਮੂਲੀ ਜਿਹਾ ਨੁਕਸ ਆ, ਪਰ ਪਤਾ ਨਹੀਂ ਲੱਗਦਾ। ਕੁਝ ਮੋਟੀ ਵੀ ਆ। ਫਿਰ ਕੀ ਹੋਇਆ ਭੈਣ ਜੀ, ਗੱਲਬਾਤ ਤਾਂ ਕਰਕੇ ਦੇਖੋ। ਮੁੰਡੇ ਦਾ ਘਰ-ਬਾਰ ਵਸ ਜਾਵੇ ਤਾਂ ਪੁੰਨ ਵਾਲੀ ਗੱਲ ਹੋਵੇਗੀ। ਮੇਰਾ ਪੁੱਤ ਸਾਰੀ ਉਮਰ ਤੈਨੂੰ ਅਸੀਸਾਂ ਦਊਗਾ। ਕੁੜੀ ਦਾ ਰਿਸ਼ਤਾ ਪਤਾ ਨਹੀਂ ਕਿਉਂ ਨਹੀਂ ਹੋ ਰਿਹਾ। ਕਿਸੇ ਨੇ ਸੰਜੋਗ ਬੰਨੇ ਹਨ। ਭੈਣ, ਅੱਜ ਕੱਲ੍ਹ ਸ਼ਰੀਕੇ ਵਿੱਚ ਕਰਨ ਕਰਾਉਣ ਵਾਲੇ ਬੜੇ ਚੱਕਰ ਹੁੰਦੇ ਨੇ। ਕੋਈ ਕਿਸੇ ਨੂੰ ਸੌਖੀ ਰੋਟੀ ਖਾਂਦਿਆਂ ਦੇਖ ਕੇ ਖੁਸ਼ ਨਹੀਂ ਹੁੰਦਾ। ਪੂਰੇ ਦਾ ਪੂਰਾ ਪਰਿਵਾਰ ਸ਼ਰੀਫ ਆ। ਮੈਂ ਜ਼ਿੰਮੇਵਾਰੀ ਚੁੱਕਦੀ ਹਾਂ ਉਹਨਾਂ ਦੀ। ਦਲੇਰ ਦੇ ਭਾਪੇ ਨੂੰ ਮੈਂ ਲੈ ਕੇ ਜਾਵਾਂਗੀ। ਜੇ ਗੱਲ ਹੋਏਗੀ ਤੁਹਾਨੂੰ ਦੱਸ ਦੇਵਾਂਗੀ। ਬਲਬੀਰ ਕੌਰ ਆਪਣੀ ਧਰਮ ਦੀ ਬਣੀ ਭੈਣ ਕੋਲ ਆਪਣੇ ਪਤੀ ਤਾਰਾ ਸਿੰਘ ਨਾਲ ਉਹਨਾਂ ਦੇ ਘਰ ਵੱਲ ਚਲੀ ਗਈ। ਖੜਕ ਸਿੰਘ ਦਾ ਇਕਲੌਤਾ ਪੁੱਤਰ ਜਰਨੈਲ ਸਿੰਘ, ਨੂੰਹ ਪਰਮਜੀਤ ਕੌਰ ਨੂੰ, ਵੱਡੀ ਕੁੜੀ ਸਰਬਜੀਤ ਕੌਰ ਨੂੰ ਤੇ ਛੋਟੀ ਬੇਟੀ ਨਰਿੰਦਰ ਸਭ ਇਕੱਠੇ ਬੈਠੇ ਸੀ। ਬਲਬੀਰ ਕੌਰ ਨੂੰ ਦੇਖ ਕੇ ਖੜਕ ਸਿੰਘ ਖੁਸ਼ੀ ਨਾਲ ਖੜਾ ਹੁੰਦਿਆਂ ਬੋਲਿਆ, ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਤੁਹਾਡਾ? ਘਰ ਪਰਿਵਾਰ ਵਿੱਚ ਸੁੱਖ ਆ? ਸਭ ਠੀਕ ਆ ਭਰਾ ਜੀ? ਸਭ ਵਾਹਿਗੁਰੂ ਦੀ ਕਿਰਪਾ ਹੀ ਚਾਹੀਦੀ ਆ। ਵਾਹਿਗੁਰੂ ਦੀ ਭੈਣ, ਸੇਵਾ ਦੱਸੋ। ਸਰਬਜੀਤ ਦੇ ਰਿਸ਼ਤੇ ਦੀ ਗੱਲ ਕਰਨ ਆਈ ਆਂ, ਦੱਸੋ। ਸਰਬਜੀਤ ਸਾਡੀ ਨਹੀਂ, ਤੁਹਾਡੀ ਵੀ ਧੀ ਆ, ਮੋਹ ਦਿਖਾਉਂਦੀ ਜਨਾਨੀ ਬੋਲੀ। ਠੀਕ ਆ ਭੈਣ ਜੀ, ਜੰਮਦੀ ਤੁਸਾਂ ਮੇਰੀ ਝੋਲੀ 'ਚ ਪਾ ਦਿੱਤੀ ਸੀ। ਕੋਈ ਮੁੰਡਾ ਦੇਖਿਆ ਸਰਬਜੀਤ ਵਾਸਤੇ? ਹਾਂ ਭੈਣ, ਮੁੰਡਾ ਸਾਡੇ ਗੁਆਂਢ 'ਚ ਆ। ਪੜ੍ਹਾਈ ਤਾਂ ਉਹਨੇ ਘੱਟ ਹੀ ਕੀਤੀ, ਪਰ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਖੂਬ ਨਿਭਾ ਰਿਹਾ। ਉਸ ਦੀਆਂ ਘਰੇਲੂ ਜ਼ਿੰਮੇਵਾਰੀਆਂ ਕਾਰਨ ਹੀ ਵਿਆਹ ਲੇਟ ਹੋ ਗਿਆ। ਸਭ ਨਾਲੋਂ ਵੱਡਾ ਨਾਮ ਹੈ ਰਣਜੀਤ ਸਿੰਘ। 3 ਭਰਾ 2 ਭੈਣਾਂ, ਵੱਡੀ। ਬਾਕੀ ਸਭ ਭੈਣ ਭਰਾ ਉਸ ਤੋਂ ਛੋਟੇ ਹਨ। ਪਿਓ ਮਰ ਚੁੱਕਿਆ ਹੈ, ਮੱਝਾਂ ਰੱਖੀਆਂ ਹੋਈਆਂ ਨੇ। ਛੋਟੇ ਭਰਾ ਦਾ ਵਿਆਹ ਹੋ ਚੁੱਕਿਆ, ਉਹਦੇ 2 ਬੱਚੇ ਹਨ। ਮਾਸੀ, ਉਸ ਦਾ ਵਿਆਹ ਕਿਉਂ ਨਹੀਂ ਹੋਇਆ? ਕੋਈ ਨਸ਼ਾ ਵਗੈਰਾ ਤਾਂ ਨਹੀਂ ਕਰਦਾ? ਮੁੰਡਾ ਬੋਲਿਆ। ਪੁੱਤ ਦੀ ਗੱਲ ਸੁਣ ਕੇ ਖੜਕ ਸਿੰਘ ਲੀਲਾ ਪੀਲਾ ਹੋਇਆ ਬੋਲਿਆ, ਜਰਨੈਲ, ਕੁਝ ਦਿਮਾਗ ਤੋਂ ਕੰਮ ਕਰ ਲਿਆ ਕਰ। ਤੇਰੀ ਮਾਸੀ ਸਰਬਜੀਤ ਕੌਰ ਲਈ ਨਸ਼ਾ ਕਰਨ ਵਾਲਾ ਮੁੰਡਾ ਦੇਖੇਗੀ? ਪਹਿਲੇ ਸੋਚ ਸਮਝ ਲਿਆ ਕਰ, ਫਿਰ ਬੋਲਿਆ ਕਰ। ਭੈਣ, ਜਰਨੈਲ ਦੀ ਗੱਲ ਦਾ ਗੁੱਸਾ ਨਾ ਕਰੀ। ਇਹ ਬੱਚਾ ਹੈ ਨਾ, ਸਾਨੂੰ ਤੇਰੇ 'ਤੇ ਪੂਰਾ ਭਰੋਸਾ। ਜਿਵੇਂ ਤੂੰ ਕਰੇਂਗੀ ਠੀਕ ਹੀ ਕਰੇਂਗੀ। ਤੇਰੇ ਤੋਂ ਵੱਡਾ ਕੌਣ ਹੋ ਸਕਦਾ? ਤੂੰ ਮੇਰੀ ਭੈਣ ਵੀ ਹੈ ਤੇ ਨਨਾਣ ਵੀ ਆ। ਮਾਸੀ, ਗਲਤੀ ਹੋ ਗਈ। ਬੀਬੀ ਪਾਪਾ ਠੀਕ ਹੀ ਕਹਿੰਦੇ ਨੇ। ਅਸੀਂ ਤਾਂ ਤੁਹਾਨੂੰ ਬਚਪਨ ਤੋਂ ਜਾਣਦੇ ਆ। ਸਾਰਾ ਤਾਂ ਬਚਪਨ ਤੁਹਾਡੇ ਹੱਥਾਂ ਵਿੱਚ ਲੰਘਿਆ। ਠੀਕ ਆ ਪੁੱਤ, ਤੇਰੀ ਗੱਲ ਦਾ ਗੁੱਸਾ ਨਹੀਂ ਮੰਨਿਆ। ਮੈਨੂੰ ਤਾਂ ਖੁਸ਼ੀ ਹੋਈ ਆਪਣੀ ਭੈਣ ਲਈ। ਕਿੰਨਾ ਫਿਕਰ ਕਰਦਾ ਹੈ ਤੂੰ। ਮੁੰਡਾ ਖਾਂਦਾ ਪੀਂਦਾ ਬਿਲਕੁਲ ਨਹੀਂ। ਛੋਟੀ ਉਮਰੇ ਪਿਓ ਮਰ ਗਿਆ ਸੀ। ਬਚਪਨ ਤੋਂ ਜ਼ਿੰਮੇਵਾਰੀਆਂ ਦਾ ਬੋਝ ਪੈ ਗਿਆ ਤੇ ਬਾਅਦ 'ਚ ਇੱਕ ਤੋਂ ਬਾਅਦ ਮੁਸੀਬਤ। ਪਿਓ ਸ਼ਰਾਬੀ ਕਬਾਬੀ, ਛੋਟਾ ਭਰਾ ਵੀ ਨਸ਼ੇ ਕਰਦਾ ਸੀ। ਘਰ ਦੀ ਪੂਰੀ ਜ਼ਿੰਮੇਵਾਰੀ ਇਸ ਮੁੰਡੇ ਨੇ ਚੁੱਕੀ। ਮੁੰਡਾ ਵਾਹਿਗੁਰੂ ਵਿੱਚ ਬਹੁਤ ਭਰੋਸਾ ਰੱਖਦਾ। ਠੀਕ ਆ, ਗੱਲਬਾਤ ਕਰ ਲੈਣਾ। ਕੁੜੀ ਬਾਰੇ ਤਾਂ ਤੁਹਾਨੂੰ ਪਤਾ ਹੀ ਆ। 12 ਜਮਾਤਾਂ ਪਾਸ ਤੇ ਮੁੰਡੇ ਤੋਂ ਛੋਟੀ ਲਾਡਲੀ ਰੱਖੀ ਆ। ਸਾਂਝੇ ਯਤਨਾਂ ਨਾਲ ਰਣਜੀਤ ਤੇ ਸਰਬਜੀਤ ਦਾ ਰਿਸ਼ਤਾ ਹੋ ਗਿਆ। ਰਣਜੀਤ ਦੀ ਮਾਂ ਨੇ ਸ਼ੁਕਰ ਕੀਤਾ ਕਿ ਮੁੰਡੇ ਦਾ ਵਿਆਹ ਹੋ ਗਿਆ। ਦੋਵੇਂ ਪਰਿਵਾਰ ਖੁਸ਼ ਸਨ। ਕੁੜੀ ਵਾਲਿਆਂ ਦੀ ਕੁੜੀ ਨਹੀਂ ਵਿਆਹੀ ਜਾ ਰਹੀ ਸੀ ਤੇ ਮੁੰਡੇ ਵਾਲਿਆਂ ਦਾ ਮੁੰਡਾ ਜ਼ਿਆਦਾ ਉਮਰ ਹੋਣ ਕਰਕੇ ਨਹੀਂ ਵਿਆਹਿਆ ਜਾ ਰਿਹਾ ਸੀ। ਕੁੜੀ ਹੱਦੋਂ ਵੱਧ ਲਾਡਲੀ ਸੀ ਤੇ ਵਿਆਹ ਦੀਆਂ ਜ਼ਿੰਮੇਵਾਰੀਆਂ ਤਾਂ ਕੀ, ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਦਾ ਉਸਨੂੰ ਪਤਾ ਨਹੀਂ ਸੀ। ਬਚਪਨ ਉਹਦਾ ਪਿੱਛਾ ਨਹੀਂ ਛੱਡ ਰਿਹਾ ਸੀ। ਉਮਰ ਵਿੱਚ ਰਣਜੀਤ ਨਾਲੋਂ ਕਾਫੀ ਵੱਡਾ ਸੀ ਉਸ ਤੋਂ। ਰਣਜੀਤ ਦੀ ਮਾਂ ਦਾ ਝੁਕਾਅ ਛੋਟੀ ਨੂੰਹ ਵੱਲ ਜ਼ਿਆਦਾ ਸੀ। ਪਹਿਲਾਂ ਆਈ ਸੀ ਨਾ, ਸਮਝਦਾਰ ਸੀ। ਛੋਟਾ ਮੁੰਡਾ ਭਾਵੇਂ ਨਸ਼ਿਆਂ ਦਾ ਮਾਰਿਆ ਸੀ, ਫਿਰ ਵੀ ਜਨਾਨੀ ਨੇ ਉਸ ਨੂੰ ਕੁਝ ਸਿੱਧਾ ਕੀਤਾ ਸੀ। ਜਦ ਨਸ਼ੇ ਦਾ ਝਾਸ ਉੱਠਦਾ ਤਾਂ ਉਹ ਨਸ਼ੇ ਵਿੱਚ ਡੁੱਬ ਜਾਂਦਾ। ਵਿਆਹ ਨੂੰ 6 ਮਹੀਨੇ ਹੋ ਗਏ। ਸ਼ੁਰੂ ਤੋਂ ਰਣਜੀਤ ਦੀ ਮਾਂ ਦੀ ਸਰਬਜੀਤ ਨਾਲ ਨਾ ਬਣੀ। ਦੂਸਰਾ, ਰਣਜੀਤ ਸਿੰਘ ਦਾ ਝੁਕਾਅ ਵੀ ਆਪਣੇ ਛੋਟੇ ਭਰਾ ਦੀ ਪਤਨੀ ਵੱਲ ਕੁਝ ਜ਼ਿਆਦਾ ਸੀ। ਗਲਤ ਨਹੀਂ ਸੀ। ਉਹ ਛੋਟੇ ਭਰਾ ਦੀ ਪਤਨੀ ਨੂੰ ਆਪਣੀ ਛੋਟੀ ਭੈਣ ਤੇ ਬੇਟੀ ਦੇ ਬਰਾਬਰ ਸਮਝਦਾ ਸੀ। ਉਹ ਵੀ ਭਾਜੀ ਕਰਦੀ ਨਾ ਥੱਕਦੀ। ਤੇ ਸਰਬਜੀਤ ਨੂੰ ਇਹ ਸਭ ਪਸੰਦ ਨਹੀਂ ਸੀ। ਇੱਕ ਦਿਨ ਸਰਬਜੀਤ ਨੇ ਕਿਹਾ, ਤੁਸੀਂ ਆਪਣੀ ਛੋਟੀ ਭਰਜਾਈ ਦੇ ਪਿੱਛੇ ਬੜਾ ਫਿਰਦੇ ਹੋ। ਕੀ ਗੱਲ ਆ? ਮੈਂ ਤੁਹਾਨੂੰ ਆਵਾਜ਼ਾਂ ਮਾਰਦੀ ਰਹਿੰਦੀ ਆ, ਤੁਸੀਂ ਮੇਰੇ ਵੱਲ ਧਿਆਨ ਹੀ ਨਹੀਂ ਦਿੰਦੇ। ਉਹਦੀ ਅੱਧੀ ਜ਼ੁਬਾਨ 'ਤੇ ਭੱਜੇ ਜਾਂਦੇ ਹੋ। ਸਰਬਜੀਤ ਉਹ ਹੈ, ਬੜੀ ਸਮਝਦਾਰ ਆ। ਉਹ ਮੇਰੀ ਛੋਟੀ ਭਰਜਾਈ ਨਹੀਂ, ਮੇਰੀ ਧੀ ਹੈ। ਬੀਬੀ ਤੇ ਭੈਣ ਤੋਂ ਬਾਅਦ ਉਸਨੇ ਮੇਰਾ ਬੜਾ ਖਿਆਲ ਰੱਖਿਆ। ਪਿਆਰ ਤੇ ਹੌਸਲੇ ਨਾਲ ਰਣਜੀਤ ਨੇ ਸਰਬਜੀਤ ਨੂੰ ਸਮਝਾਇਆ। ਮੈਂ ਸਮਝਦਾਰ ਨਹੀਂ? ਮੈਂ ਸਭ ਦਾ ਖਿਆਲ ਨਹੀਂ ਰੱਖਦੀ? ਅਗਰ ਉਹਦਾ ਖਿਆਲ ਰੱਖਣਾ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ? ਸਰਬਜੀਤ ਦੀਆਂ ਦਿਲ ਸਾੜਨ ਵਾਲੀਆਂ ਗੱਲਾਂ ਕਾਰਨ ਰਣਜੀਤ ਨੂੰ ਗੁੱਸਾ ਆ ਗਿਆ।
ਰਣਜੀਤ ਗੁੱਸੇ ਵਿੱਚ ਬੋਲਿਆ, ਸਰਬਜੀਤ ਕੁਝ ਤਾਂ ਸ਼ਰਮ ਕਰ। ਜੇ ਆਪਣੇ ਕੋਲ ਅਕਲ ਨਾ ਹੋਵੇ ਤਾਂ ਕਿਸੇ ਕੋਲੋਂ ਮੰਗ ਲਈਦੀ ਆ। ਤੇ ਉਸ ਵਿਚਾਰੀ ਨੇ ਤੇਰਾ ਕੀ ਵਿਗਾੜਿਆ? 6 ਮਹੀਨਿਆਂ ਵਿੱਚ ਤੇਰੇ ਨਾਲ ਵੱਧ ਘੱਟ ਬੋਲੀ, ਖੁਸ਼ ਹੋ ਕੇ ਬੀਬੀ ਨੂੰ ਰੋਟੀ ਪਾ ਕੇ ਦਿੰਦੀ ਆ। ਉਹਨੂੰ ਪਤਾ ਲੱਗੇ ਤਾਂ ਉਹ ਮੈਨੂੰ ਕਦੇ ਨਹੀਂ ਬੁਲਾਵੇਗੀ। ਮੈਂ ਉਸ ਕੋਲੋਂ ਡਰਦੀ ਨਹੀਂ, ਮੈਂ ਆਪਣੇ ਆਦਮੀ ਦੀ ਕਮਾਈ ਖਾਂਦੀ ਆ। ਨਿੱਤ ਸ਼ਰਾਬ ਪੀਂਦਾ, ਪਤਾ ਨਹੀਂ ਕੀ ਖਾਂਦਾ ਉਹ। ਐਨੇ 'ਚ ਤਾੜ ਕਰਦਿਆਂ 2 ਚਪੇੜਾਂ ਰਣਜੀਤ ਨੇ ਸਰਬਜੀਤ ਦੀ ਗੱਲ ਉੱਤੇ ਜੜ ਦਿੱਤੀਆਂ। ਗੁੱਸੇ ਦੇ ਨਾਲ ਲਾਲ ਪੀਲਾ ਹੁੰਦਾ ਬੋਲਿਆ, ਠਹਿਰ ਤੇਰੀ ਕਮਜਾਤ ਦੀ। ਤੈਨੂੰ ਮੈਂ ਕੁਝ ਕਹਿੰਦਾ ਨਹੀਂ ਤਾਂ ਸਿਰ 'ਤੇ ਚੜੀ ਜਾਂਦੀ ਆ। ਕਦੇ ਕਿਸੇ ਨੂੰ ਮਾੜਾ, ਕਦੇ ਕਿਸੇ ਨੂੰ ਮਾੜਾ। ਜੇ ਨਹੀਂ ਦਿਲ ਕਰਦਾ ਕਿਸੇ ਨੂੰ ਬੁਲਾਉਣ ਦਾ ਤੇ ਨਾ ਬੁਲਾ। ਐਵੇਂ ਕਿਸੇ ਨੂੰ ਮਾੜਾ ਕਿਉਂ ਕਹਿੰਦੀ ਆ? ਰਣਜੀਤ ਦੀ ਮਾਂ ਵੀ ਆ ਗਈ ਤੇ ਗੁੱਸੇ 'ਚ ਬੋਲੀ, ਕੀ ਗੱਲ ਹੈ ਰਣਜੀਤ ਪੁੱਤ? ਗੱਲ ਗੁੱਲ ਕੀ ਆ? ਇਹਦਾ ਦਿਮਾਗ ਖਰਾਬ ਹੋ ਗਿਆ। ਸਭ ਨੂੰ ਮਾੜਾ ਕਹੀ ਜਾ ਰਹੀ ਆ, ਸਾਰਿਆਂ 'ਚ ਕੀੜੇ ਪਾ ਰਹੀ ਆ। ਚੰਗੀ ਤਾਂ ਬਸ ਇਹ ਆਪ ਹੀ ਰਹਿ ਗਈ। ਗੁੱਸੇ ਵਿੱਚ ਆਉਂਦੀ ਰਣਜੀਤ ਦੀ ਮਾਂ ਬੋਲੀ, ਕੁੜੀਏ ਤੇਰਾ ਅਸੀਂ ਕੀ ਵਿਗਾੜਿਆ? ਤੂੰ ਸਾਡੇ ਪਿੱਛੇ ਕਿਉਂ ਪਈ ਆ? ਸਾਡੇ ਨਾਲ ਦਿਲ ਨਹੀਂ ਮਿਲਦਾ ਤਾਂ ਸਾਨੂੰ ਬੁਲਾਉਣ ਦੀ ਲੋੜ ਕੀ ਆ? ਮੈਂ ਹੀ ਮਾੜੀ ਆ, ਤੁਸੀਂ ਸਾਰਾ ਟੱਬਰ ਚੰਗਾ। ਮਾਸੀ ਨੇ ਪਤਾ ਨਹੀਂ ਕੀ ਦੇਖ ਕੇ ਮੇਰਾ ਰਿਸ਼ਤਾ ਇੱਥੇ ਕੀਤਾ। ਮੈਨੂੰ ਸਭ ਮਾਰਦੇ ਨੇ। ਮੈਂ ਨਹੀਂ ਰਹਿਣਾ ਇੱਥੇ, ਮੈਂ ਚੱਲੀ ਆਪਣੇ ਘਰ। ਇਹ ਲਫ਼ਜ਼ ਕਹਿ ਕੇ ਸਰਬਜੀਤ ਘਰੋਂ ਬਾਹਰ ਨਿਕਲ ਗਈ। ਜਾਂ ਬਲਬੀਰ ਕੌਰ ਦਾ ਦਰਵਾਜ਼ਾ ਖੜਕਾਇਆ। ਸਰਦੀਆਂ ਦੇ ਦਿਨ 11 ਵਜੇ ਕੌਣ ਆ ਸਕਦਾ? ਜਦ ਦਰਵਾਜ਼ਾ ਖੋਲ੍ਹਿਆ ਤਾਂ ਬਲਬੀਰ ਕੌਰ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਸਰਬਜੀਤ ਨੂੰ ਦੇਖ ਕੇ, ਸੁੱਖ ਤਾਂ ਹੈ ਪੁੱਤ? ਆ ਕੀ ਹਾਲ ਬਣਾ ਰੱਖਿਆ ਸਰਬਜੀਤ? ਸਰਬਜੀਤ ਉੱਚੀ ਉੱਚੀ ਰੋਣ ਲੱਗ ਪਈ। ਧਰਮ ਸਿੰਘ ਵੀ ਆ ਗਿਆ। ਤੇ ਕੀ ਹੋਇਆ ਸਰਬਜੀਤ ਪੁੱਤ? ਰਣਜੀਤ ਨਾਲ ਕੋਈ ਗੱਲ ਹੋ ਗਈ ਜਾਂ ਸੱਸ ਨਾਲ ਕੋਈ ਕਹਿ ਸੁਣੀ ਹੋ ਗਈ? ਮਾਸੜ ਜੀ ਇਹਨਾਂ ਨੇ ਮੈਨੂੰ ਕੁੱਟਿਆ ਤੇ ਨਾਲੇ ਕਹਿੰਦੀ ਸਾਨੂੰ ਬੁਲਾਉਣ ਦੀ ਲੋੜ ਨਹੀਂ। ਅੱਛਾ ਪੁੱਤ, ਪਰ ਕੋਈ ਤਾਂ ਗੱਲ ਹੋਈ ਹੋਣੀ ਆ। ਫੇਰ ਪੁੱਤ ਇੰਨੀ ਰਾਤ ਨੂੰ ਘਰੋਂ ਬਾਹਰ ਨਹੀਂ ਨਿਕਲੀਦਾ। ਅਜੇ ਗੱਲਾਂ ਕਰਦੇ ਹੀ ਪਏ ਸੀ ਕਿ ਬਾਹਰੋਂ ਕਾਲ ਬੈਲ ਵੱਜੀ। ਧਰਮ ਸਿੰਘ ਦੇ ਛੋਟੇ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ। ਰਣਜੀਤ ਸਿੰਘ ਤੇ ਉਹਦੀ ਮਾਂ ਸਨ। ਮਾਸੀ ਜੀ ਅੰਦਰ ਆ ਜਾਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਜਿਉਂਦਾ ਰਹਿ ਪੁੱਤ। ਇਹ ਲਫ਼ਜ਼ ਕਹਿ ਕੇ ਰਣਜੀਤ ਤੇ ਉਹਦੀ ਮਾਂ ਅੰਦਰ ਆ ਗਏ। ਧਰਮ ਸਿੰਘ ਨੇ ਬੈਠਣ ਲਈ ਕਿਹਾ। ਸਰਬਜੀਤ ਅੱਧੀ ਰਾਤ ਘਰ ਆਈ। ਪਹਿਲਾਂ ਤਾਂ ਅਸੀਂ ਡਰ ਹੀ ਗਏ। ਸੁੱਖ ਤਾਂ ਹੈ ਭਾਜੀ, ਗੱਲ ਤਾਂ ਹੈ ਹੀ ਨਹੀਂ ਕੋਈ। ਦੋਹਾਂ ਜੀਆਂ ਵਿੱਚ ਤੂੰ ਮੈਂ ਹੋ ਗਈ। ਸਰਬਜੀਤ ਛੋਟੇ ਦੀ ਵਹੁਟੀ ਨੂੰ ਚੰਗਾ ਮਾੜਾ ਬੋਲ ਰਹੀ ਸੀ ਤਾਂ ਮੈਂ ਗੁੱਸੇ 'ਚ ਕਹਿ ਤਾ ਕਿ ਜੇ ਤੈਨੂੰ ਅਸੀਂ ਚੰਗੇ ਨਹੀਂ ਲੱਗਦੇ, ਸਾਡੇ ਨਾਲ ਬੋਲਣ ਦੀ ਲੋੜ ਨਹੀਂ। ਭੈਣ ਜੀ ਅਜਿਹੀ ਕੋਈ ਗੱਲ ਨਹੀਂ, ਤੁਹਾਡੇ ਨਾਲ ਨਹੀਂ ਬੋਲਣਾ ਤਾਂ ਫੇਰ ਕਿਸ ਨਾਲ ਬੋਲਣਾ? ਤੁਸੀਂ ਤਾਂ ਹੁਣ ਇਹਦੇ ਮਾਂ ਪਿਓ ਹੋ। ਇਹਨਾਂ ਨੂੰ ਪੁੱਛੋ ਮੇਰੇ ਚਪੇੜਾਂ ਕਿਉਂ ਮਾਰੀਆਂ? ਮੈਂ ਨਹੀਂ ਰਹਿਣਾ ਇੱਥੇ, ਚਲੀ ਜਾਣਾ ਆਪਣੇ ਮਾਂ ਪਿਓ ਦੇ ਘਰ। ਬਲਬੀਰ ਕੌਰ ਬੋਲੀ, ਰਣਜੀਤ ਬੇਟਾ, ਜੇ ਕੋਈ ਗੱਲ ਹੋ ਗਈ ਸੀ ਤਾਂ ਪਿਆਰ ਨਾਲ ਸਮਝਾ ਦੇਣਾ ਸੀ। ਹੱਥ ਚੁੱਕਣਾ ਮਾੜੀ ਗੱਲ ਆ। ਇੱਕ ਵਾਰ ਜਨਾਨੀ ਨੂੰ ਕੁੱਟਣ ਦੀ ਆਦਤ ਪੈ ਜਾਵੇ ਤਾਂ ਬੰਦਾ ਗੱਲ-ਗੱਲ 'ਤੇ ਹੱਥ ਚੁੱਕਦਾ। ਗੱਲ ਜ਼ਿਆਦਾ ਹੀ ਵਿਗੜ ਗਈ ਸੀ। ਸਾਡੇ ਕੋਲ ਆ ਜਾਣਾ ਸੀ। ਅਸੀਂ ਕਿਹੜਾ ਦੂਰ ਸੀ? ਅਸੀਂ ਆਪੇ ਪਿਆਰ ਨਾਲ ਸਮਝਾ ਦਿੰਦੇ। ਭੈਣ ਜੀ ਰਣਜੀਤ ਦੀ ਗੱਲ ਵੀ ਸੁਣੋ। ਇਹ ਛੋਟੀ ਨੂੰ ਤੇ ਚਿੱਕੜ ਸੁੱਟ ਰਹੀ ਆ। ਇਹ ਕੋਈ ਚੰਗੀ ਗੱਲ ਆ? ਹਾਂ, ਇਹ ਤਾਂ ਕੁੜੀਏ ਬੜੀ ਮਾੜੀ ਗੱਲ ਆ। ਉਹ ਵੀ ਸਾਡੀ ਨੂੰਹ ਧੀ ਆ। ਖਬਰਦਾਰ ਉਸ ਨੂੰ ਮਾੜਾ ਕਿਹਾ। ਅੱਗੇ ਤੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਤੂੰ ਮਾਂ ਪਿਓ ਕੋਲ ਕਿਉਂ ਜਾਣਾ ਸੀ? ਅਸੀਂ ਤੇਰੇ ਕੁਝ ਨਹੀਂ ਲੱਗਦੇ? ਰਣਜੀਤ ਬੇਟਾ, ਅੱਗੇ ਤੋਂ ਕੁੜੀ 'ਤੇ ਹੱਥ ਨਾ ਚੁੱਕੀ। ਜਾਓ ਆਪਣੇ ਘਰ ਆਰਾਮ ਕਰੋ। ਕੋਈ ਗੱਲ ਹੋਈ ਤਾਂ ਸਵੇਰੇ ਦੇਖਾਂਗੇ। ਧਰਮ ਸਿੰਘ ਨੇ ਦੋਹਾਂ ਨੂੰ ਬੜੇ ਤਰੀਕੇ ਨਾਲ ਸਮਝਾ ਕੇ ਘਰ ਭੇਜ ਦਿੱਤਾ। ਥੋੜ੍ਹੀ ਖਿੱਚ ਰਹੀ ਰਣਜੀਤ ਦੀ ਮਾਂ ਕਾਫੀ ਚੁਸਤ ਚਲਾਕ ਔਰਤ ਸੀ। ਦਿਲੋਂ ਸਰਬਜੀਤ ਨਾਲ ਈਰਖਾ ਕਰਦੀ। ਸਰਬਜੀਤ ਚਾਹੁੰਦੀ ਸੀ ਕਿ ਸਾਰੇ ਦਾ ਸਾਰਾ ਰਣਜੀਤ ਸਿਰਫ ਉਹਦਾ ਹੋਵੇ। ਮੇਰੀ ਗੱਲ ਕਰੇ, ਕਿਸੇ ਹੋਰ ਦੀ ਗੱਲ ਨਾ ਕਰੇ। ਰਣਜੀਤ ਵੀ ਕੋਈ ਸਮਝਦਾਰੀ ਨਹੀਂ ਵਰਤ ਰਿਹਾ ਸੀ। ਉਹ ਪੂਰੀ ਤਰ੍ਹਾਂ ਆਪਣੀ ਮਾਂ ਦੇ ਕੰਟਰੋਲ ਹੇਠਾਂ ਸੀ। ਉਹਨੇ ਸਾਫ਼ ਲਫ਼ਜ਼ਾਂ ਵਿੱਚ ਕਹਿ ਦਿੱਤਾ, ਮੈਂ ਆਪਣੇ ਪਰਿਵਾਰ ਬਾਰੇ ਕੋਈ ਵੀ ਮਾੜਾ ਲਫ਼ਜ਼ ਨਹੀਂ ਸੁਣ ਸਕਦਾ। ਅੱਗੋਂ ਸਰਬਜੀਤ ਵੀ ਕਿਹੜੀ ਸਿੱਧੀ ਸੀ। ਤੇਰੀ ਮਾਂ, ਤੇਰੇ ਭਰਾ ਭਰਜਾਈ ਹੀ ਸਭ ਕੁਝ ਨੇ। ਇਹਨਾਂ ਨਾਲ ਇੰਨਾ ਪਿਆਰ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕੀਤਾ? ਮੇਰੀ ਮਾਂ ਨੇ ਜ਼ਿੰਦਗੀ 'ਚ ਬੜੇ ਦੁੱਖ ਦੇਖੇ ਨੇ, ਕਦੇ ਕੋਈ ਸੁੱਖ ਨਹੀਂ ਦੇਖਿਆ। ਅਗਰ ਮੈਂ ਉਹਦਾ ਸਾਥ ਨਹੀਂ ਦੇਵਾਂਗਾ ਤਾਂ ਕੌਣ ਦੇਵੇਗਾ? ਸਰਬਜੀਤ ਤੇ ਰਣਜੀਤ ਵਿੱਚ ਅਕਸਰ ਤੂੰ ਮੈਂ ਹੁੰਦੀ ਰਹਿੰਦੀ। ਸਰਬਜੀਤ ਦੇ ਮਾਂ ਪਿਓ ਪਹਿਲਾਂ ਧਰਮ ਸਿੰਘ ਦੇ ਘਰ ਜਾਂਦੇ, ਫਿਰ ਸਰਬਜੀਤ ਦੇ ਘਰ ਆਉਂਦੇ। ਰਣਜੀਤ ਆਪਣੇ ਸੱਸ ਸਹੁਰੇ ਦੀ ਖੂਬ ਸੇਵਾ ਕਰਦਾ। ਸੱਸ ਵੀ ਸਮਝਾਉਂਦੀ ਪਰ ਅਸਰ ਘੱਟ ਹੁੰਦਾ। ਉੱਧਰ ਸਰਬਜੀਤ ਗਰਭਵਤੀ ਹੋ ਗਈ। ਸਭ ਨੇ ਪਰਮਾਤਮਾ ਦਾ ਸ਼ੁਕਰ ਕੀਤਾ
ਕਿ ਪਰਮਾਤਮਾ ਚੰਗੀ ਚੀਜ਼ ਦੇਵੇ ਤਾਂ ਘਰ ਵਿੱਚ ਖੁਸ਼ੀਆਂ ਆ ਜਾਣ। ਸਰਬਜੀਤ ਦੀ ਸਿਹਤ ਖਰਾਬ ਹੋ ਗਈ। ਕੋਈ ਹੋਰ ਬਿਮਾਰੀ ਕਾਰਨ ਜਣੇਪਾ ਖਰਾਬ ਹੋ ਗਿਆ। ਮੁੰਡਾ ਹੋਇਆ ਕੁਝ ਘੰਟਿਆਂ ਬਾਅਦ ਪੂਰਾ ਹੋ ਗਿਆ। ਪੈਸਾ ਪਾਣੀ ਦੀ ਤਰ੍ਹਾਂ ਵਹਾਇਆ, ਪਰ ਬੱਚਾ ਨਾ ਬਚ ਸਕਿਆ। ਘਰ ਵਿੱਚ ਚਿੰਤਾ ਦੇ ਬੱਦਲ ਗਹਿਰੇ ਹੋ ਗਏ। ਸਰਬਜੀਤ ਤੇ ਰਣਜੀਤ ਦੀ ਨਿੱਕੀ ਨਿੱਕੀ ਗੱਲ 'ਤੇ ਲੜਾਈ ਵੱਧਦੀ ਗਈ। ਸਰਬਜੀਤ ਮੂਰਖਤਾ ਕਰਦੀ ਤਾਂ ਰਣਜੀਤ ਉਹਨੂੰ ਸਮਝਾਉਣ ਵਿੱਚ ਅਸਫਲ ਰਹਿੰਦਾ। ਹੁਣ ਆਏ ਦਿਨ ਦੋਵੇਂ ਪਰਿਵਾਰ ਧਰਮ ਸਿੰਘ ਦੇ ਘਰ ਆਏ ਰਹਿੰਦੇ। ਧਰਮ ਸਿੰਘ ਕਦੇ ਰਣਜੀਤ ਦਾ ਪੱਖ ਪੂਰਦਾ ਤੇ ਕਦੇ ਸਰਬਜੀਤ ਦਾ। ਦੋਹਾਂ ਪਰਿਵਾਰਾਂ ਵਿੱਚ ਪਾੜਾ ਵੱਧਦਾ ਜਾ ਰਿਹਾ ਸੀ। ਪਤੀ ਪਤਨੀ ਵਿੱਚ ਦੂਰੀਆਂ ਵੱਧ ਰਹੀਆਂ ਸੀ। ਹੁਣ ਸਰਬਜੀਤ ਦੇ ਮਾਂ-ਪਿਓ ਸਰਬਜੀਤ ਦਾ ਪੱਖ ਪੂਰਨ ਲੱਗ ਪਏ ਸੀ ਤੇ ਰਣਜੀਤ ਦੀ ਮਾਂ ਤਾਂ ਹਮੇਸ਼ਾ ਹੀ ਰਣਜੀਤ ਦਾ ਪੱਖ ਪੂਰਦੀ ਸੀ। ਦੋਹਾਂ ਪਰਿਵਾਰਾਂ ਵਿੱਚ ਅਕਸਰ ਲੜਾਈ ਝਗੜੇ ਵੱਧ ਰਹੇ ਸੀ। ਰਣਜੀਤ ਇਸ ਹਾਲਤ ਵਿੱਚ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਨ ਲੱਗ ਪਿਆ। ਉਹ ਸੋਚਦਾ ਕਿ ਵਿਆਹ ਤੋਂ ਬਗੈਰ ਹੀ ਚੰਗਾ ਸੀ। ਵਿਆਹ ਕਰਵਾ ਕੇ ਤਾਂ ਉਸਨੇ ਆਪਣੇ ਗਲ ਮੁਸੀਬਤ ਹੀ ਪਾ ਲਈ। ਰਣਜੀਤ ਦਿਨੋਂ ਦਿਨ ਹੇਠਾਂ ਜਾ ਰਿਹਾ ਸੀ। ਉੱਧਰੋਂ ਸਰਕਾਰ ਨੇ ਵੀ ਮਾਲ ਡੰਗਰ ਸ਼ਹਿਰੋਂ ਬਾਹਰ ਕੱਢਣ ਦਾ ਫੈਸਲਾ ਕਰ ਲਿਆ। ਮਾਲ ਡੰਗਰ ਬਾਹਰ ਚਲੇ ਗਏ। ਰਣਜੀਤ ਨੇ ਡੰਗਰ ਕਿਸੇ ਨਾਲ ਅੱਧ ਪਿਆਲੀ 'ਤੇ ਰੱਖ ਲਏ। ਦੁੱਧ ਪਾਉਣ ਦਾ ਕੰਮ ਆਪ ਖੁਦ ਕਰਨ ਲੱਗ ਪਿਆ। ਛੋਟੇ ਭਰਾ ਦੀ ਨਸ਼ੇ ਦੀ ਆਦਤ ਵੀ ਦਿਨੋਂ ਦਿਨ ਵੱਧ ਰਹੀ ਸੀ। ਸਰਬਜੀਤ ਇੱਕ ਵਾਰ ਫਿਰ ਗਰਭਵਤੀ ਹੋਈ। ਇਸ ਵਾਰ ਕੁੜੀ ਪੈਦਾ ਹੋਈ, ਜੋ ਪੈਦਾ ਹੁੰਦੇ ਪੂਰੀ ਹੋ ਗਈ। ਡਾਕਟਰਾਂ ਨੇ ਕਿਹਾ ਕਿ ਸਰਬਜੀਤ ਸਰੀਰਕ ਪੱਖੋਂ ਕਾਫੀ ਕਮਜ਼ੋਰ ਆ। ਮਾਂ ਨੇ ਕਿਹਾ ਸਰਬਜੀਤ ਮੇਰੇ ਕੋਲ ਰਹੇਗੀ ਤਾਂ ਤੰਦਰੁਸਤ ਹੋ ਜਾਵੇਗੀ ਤਾਂ ਭੇਜ ਦਿਆਂਗੇ। ਰਣਜੀਤ ਮੰਨ ਗਿਆ। ਸਰਬਜੀਤ 2 ਕੁ ਮਹੀਨੇ ਆਪਣੇ ਪੇਕੇ ਰਹੀ। ਵਿੱਚ ਰਣਜੀਤ ਸਰਬਜੀਤ ਨੂੰ ਮਿਲਣ ਆਉਂਦਾ ਰਿਹਾ। ਇਸ ਵਿਛੋੜੇ ਨੇ ਰਣਜੀਤ ਤੇ ਸਰਬਜੀਤ ਵਿੱਚ ਪਿਆਰ ਪੈਦਾ ਕਰ ਦਿੱਤਾ ਸੀ। 2 ਮਹੀਨਿਆਂ ਮਗਰੋਂ ਸਰਬਜੀਤ ਆ ਗਈ। ਉਸਨੇ ਬਸ ਇੱਕ ਰਾਗ ਪੜ੍ਹ ਲਿਆ, ਮੈਂ ਤਾਂ ਵੱਖਰੀ ਪਕਾਉਣੀ ਆ, ਮੈਂ ਨਹੀਂ ਤੇਰੀ ਮਾਂ ਵਿੱਚ ਰਹਿਣਾ। ਦੇਖ ਸਰਬਜੀਤ, ਪਹਿਲਾਂ ਕਿਹੜਾ ਤੂੰ ਬੀਬੀ ਨੂੰ ਰੋਟੀ ਪਕਾ ਕੇ ਖਵਾਉਂਦੀ ਆ। ਅਲੱਗ ਹੋਣ ਦੀ ਗੱਲ ਹੈ ਤਾਂ ਹੇਠਲੇ ਕਮਰੇ ਵਿੱਚ ਚਲੇ ਜਾਂਦੇ ਆ। ਮੈਂ ਆਪਣਾ ਸਾਰਾ ਸਮਾਨ ਲੈਣਾ, ਇੱਕ ਕੌਲੀ ਤੱਕ ਨਹੀਂ ਦੇਣੀ ਤੇਰੀ ਮਾਂ ਨੂੰ। ਨੀਅਤ ਦੀ ਮਾੜੀ ਏ, ਤੇਰਾ ਕੁਝ ਨਹੀਂ ਲੈਣਾ ਉਸਨੇ। ਕਿਉਂ ਦਿਲ ਛੱਡੀ ਬੈਠੀ ਆ? ਤੂੰ ਗੱਲ ਤਾਂ ਮਾਂ ਦੀ ਹੀ ਕਰੇਂਗਾ। ਮੈਨੂੰ ਤਾਂ ਕੋਈ ਕੱਢ ਕੇ ਨਹੀਂ ਲਿਆਂਦਾ। ਮੈਂ ਤੇਰੇ ਨਾਲ ਵਿਆਹ ਕੇ ਆਈ ਆ। ਜੇ ਤੂੰ ਆਪਣੀ ਮਾਂ ਤੇ ਭਾਬੀ ਦੀ ਗੱਲ ਕਰਨੀ ਸੀ ਤਾਂ ਮੇਰੇ ਨਾਲ ਵਿਆਹ ਕਰਾ ਕੇ ਮੇਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ? ਤੇਰਾ ਮਤਲਬ ਮੈਂ ਤੈਨੂੰ ਖੁਸ਼ ਨਹੀਂ ਰੱਖਦਾ? ਤੈਨੂੰ ਖੁਸ਼ ਰੱਖਣ ਲਈ ਮੈਂ ਆਪਣੀ ਮਾਂ ਨੂੰ ਛੱਡ ਦੇਣਾ? ਇਹ ਗੱਲ ਦਿਮਾਗ 'ਚੋਂ ਬਿਲਕੁਲ ਕੱਢ ਦੇ। ਤੈਨੂੰ ਛੱਡ ਸਕਦਾ ਪਰ ਆਪਣੇ ਪਰਿਵਾਰ ਨੂੰ ਨਹੀਂ। ਜਿੱਥੇ ਸਰਬਜੀਤ ਮੂੰਹ ਜੋੜ ਸੀ ਉੱਥੇ ਰਣਜੀਤ ਦੀ ਮਾਂ ਦੀ ਨੀਅਤ ਵੀ ਰੱਜ ਕੇ ਮਾੜੀ ਸੀ। ਬਹਾਨੇ ਸਰਬਜੀਤ ਨੂੰ ਤੰਗ ਕਰਦੀ। ਦਿਨ ਰਾਤ ਸਰਬਜੀਤ ਵਿਰੋਧ ਰਣਜੀਤ ਦੇ ਕੰਨ ਭਰਦੀ। ਰਣਜੀਤ ਨੂੰ ਤਾਂ ਮਾਂ ਦੀਆਂ ਗੱਲਾਂ ਹੀ ਚੰਗੀਆਂ ਲੱਗਦੀਆਂ ਸੀ। ਮਾਂ ਦੀਆਂ ਗੱਲਾਂ ਅੱਗ ਦਾ ਘਿਓ ਕੰਮ ਕਰ ਰਹੀਆਂ ਸੀ। ਜਦ ਰਣਜੀਤ ਸਹੁਰੇ ਗਿਆ ਤਾਂ ਸਰਬਜੀਤ ਦੀ ਮਾਂ, ਭਰਾ ਤੇ ਪਿਓ ਨੇ ਸਭ ਦੇ ਜ਼ੋਰ ਦੇ ਕੇ ਕਿਹਾ, ਰਣਜੀਤ ਤੇਰੀ ਮਾਂ ਭਰਜਾਈ ਸਾਡੀ ਧੀ ਨੂੰ ਤੰਗ ਕਰਦੀਆਂ ਨੇ। ਜੇ ਉਹਨੂੰ ਕੁਝ ਹੋ ਗਿਆ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ। ਤੁਸੀਂ ਮੈਨੂੰ ਧਮਕੀ ਦਿੰਦੇ ਹੋ? ਇਹ ਕਿਹੜਾ ਮੇਰੀ ਮਾਂ ਦੀ ਇੱਜ਼ਤ ਕਰਦੀ ਆ? ਸਾਰਾ ਕਸੂਰ ਇਹਦਾ। ਉਹ ਕਿੰਨਾ ਕਰਦੀ ਆ ਇਹਦਾ? ਇਹ ਫਿਰ ਵੀ ਉਹਨੂੰ ਬੁਰਾ ਭਲਾ ਕਹਿੰਦੀ ਆ। ਮੇਰੀਆਂ ਗੱਲਾਂ ਸਭ ਚੇਤੇ ਨੇ। ਆਪਣੀ ਮਾਂ ਦੀਆਂ ਕਰਤੂਤਾਂ ਨਜ਼ਰ ਨਹੀਂ ਆਉਂਦੀਆਂ। ਕਦੀ ਮੈਨੂੰ ਕੁੱਤੀਏ ਕਹਿੰਦੀ ਆ, ਕਦੇ ਮੇਰੇ ਸਿਰ ਨੂੰ ਆਉਂਦੀ ਆ, ਕਦੇ ਮੇਰੇ ਪਿਓ ਤੇ ਮੇਰੇ ਭਰਾਵਾਂ ਨੂੰ ਗਾਲਾਂ ਕੱਢਦੀ ਆ। ਲੜਨ ਦੇ ਬਹਾਨੇ ਲੱਭਦੀ ਰਹਿੰਦੀ ਆ। ਘਰ ਐਵੇਂ ਨਹੀਂ ਵਸਦੇ। ਕਦੇ ਜਨਾਨੀ ਦੀ ਵੀ ਸੁਣ ਲਈਦੀ ਆ। ਇੰਨੀ ਮਾੜੀ ਨਹੀਂ ਸਾਡੀ ਕੁੜੀ। ਲਾਡਾਂ ਪਿਆਰਾਂ ਨਾਲ ਪਾਲੀ ਆ। ਉਹਨੂੰ ਤਾਂ ਹਾਲੋਂ ਬੇਹਾਲ ਕਰ ਦਿੱਤਾ ਤੂੰ। ਫਿਕਰ ਨਾਲ ਉਹਦਾ ਹਾਲ ਕੀ ਹੋ ਗਿਆ? ਫੁੱਲਾਂ ਵਾਂਗ ਰੱਖੀ ਸੀ ਅਸੀਂ ਆਪਣੀ ਧੀ। ਅਸੀਂ ਉਸ ਵਾਸਤੇ ਸਭ ਕੁਝ ਕਰਨ ਨੂੰ ਤਿਆਰ ਹਾਂ। ਪੈਸੇ ਦੀ ਕੋਈ ਫਿਕਰ ਨਹੀਂ। ਜੋ ਚਾਹੁੰਦੇ ਹੋ ਲੈ ਕੇ ਦੇਵਾਂਗੇ। ਸਾਡੀ ਕੁੜੀ ਨੂੰ ਤੰਗ ਨਾ ਰੱਖੀ। ਇਹ ਲਫ਼ਜ਼ ਸਰਬਜੀਤ ਦੇ ਪਿਓ ਦੇ ਸਨ। ਪਾਪਾ ਜੀ, ਜਿੰਨੇ ਜੋਗੇ ਆ ਓਨਾ ਕਰਦੇ ਆ। ਬਸ ਇੱਜ਼ਤ ਚਾਹੀਦੀ ਆ। ਬਾਕੀ ਗੱਲ ਇਹ ਕਿ ਮੈਂ ਆਪਣੀ ਮਾਂ ਦੇ ਵਿਰੋਧ ਨਹੀਂ ਜਾ ਸਕਦਾ। ਸਰਬਜੀਤ ਦਾ ਦਿਲ ਨਹੀਂ ਮਿਲਣ ਨੂੰ ਕਰਦਾ, ਨਾ ਮਿਲੇ, ਪਰ ਮੈਨੂੰ ਨਾ ਰੋਕੋ ਮਿਲਣੋਂ। ਆਪਣੀ ਮਾਂ ਦੇ ਵਿਰੋਧ ਕੁਝ ਨਹੀਂ ਸੁਣਾਂਗਾ। ਸਾਡੀ ਭੈਣ ਨੂੰ ਤੁਹਾਡੀਆਂ ਚਾਹੇ ਜੋ ਮਰਜ਼ੀ ਕਹੀ ਜਾਵੇ। ਸਾਡੀ ਭੈਣ ਕਿਸੇ ਦੀ ਧੀ ਨਹੀਂ। ਅਸੀਂ ਮਰੇ ਨਹੀਂ। ਭਾਜੀ, ਜੋ ਵੀ ਤੁਹਾਡੀ ਗੱਲ ਆ ਤੋ ਤੁਹਾਡੀ ਮਰਜ਼ੀ ਸਮਝੋ। ਸਾਡੀ ਭੈਣ ਨੂੰ ਜਿਹੜਾ ਤੰਗ ਕਰੇਗਾ ਸਾਤੋਂ ਬੁਰਾ ਕੋਈ ਨਹੀਂ। ਤਲਕੀ 'ਚ ਆਉਂਦਾ ਰਣਜੀਤ ਦਾ ਸਾਲਾ ਬੋਲਿਆ, ਮੈਂ ਤੁਹਾਡੀਆਂ ਧਮਕੀਆਂ ਨਹੀਂ ਸੁਣਨ ਆਇਆ।
ਮੈਨੂੰ ਸਭ ਪਤਾ ਆਪਣੀ ਜਨਾਨੀ ਕਿਵੇਂ ਰੱਖਣੀ ਆ, ਤੇਰੀ ਅਕਲ ਦੀ ਲੋੜ ਨਹੀਂ। ਰਣਜੀਤ ਇੱਥੇ ਬੈਠ ਕੇ ਆਪਣੇ ਤੇ ਆਪਣੇ ਪਰਿਵਾਰ ਦੀ ਬੇਇੱਜ਼ਤੀ ਮਹਿਸੂਸ ਕਰ ਰਿਹਾ ਸੀ। ਰਣਜੀਤ ਦਾ ਸਹੁਰਾ ਆਪਣੇ ਮੁੰਡੇ ਨੂੰ ਗੁੱਸੇ ਹੁੰਦਿਆਂ ਬੋਲਾ, ਤੂੰ ਬਹੁਤਾ ਸਿਆਣਾ ਨਾ ਬਣ, ਅਸੀਂ ਬੈਠੇ ਆਂ, ਜੋ ਮਰਜ਼ੀ ਕਹਿ ਸਕਦੇ ਆਂ, ਤੇਰਾ ਕੋਈ ਹੱਕ ਨਹੀਂ ਬਣਦਾ। ਤੈਨੂੰ ਫਿਕਰ ਕਰਨ ਦੀ ਲੋੜ ਨਹੀਂ, ਸਾਨੂੰ ਤੇਰੇ ਨਾਲੋਂ ਵੱਧ ਫਿਕਰ ਆ ਆਪਣੀ ਧੀ ਦੀ। ਸਰਬਜੀਤ ਦੇ ਪ੍ਰਾਹੁਣੇ, ਆਪਣੇ ਜੀਜੇ ਦੀ ਇੱਜ਼ਤ ਕਰ ਕੰਜਰਾ। ਨਾ ਨਾ ਪੁੱਤ, ਜੀਜੇ ਨਾਲ ਐਵੇਂ ਨਾ ਬੋਲ, ਭੈਣ ਦਿੱਤੀ ਐ ਉਸ ਨੂੰ। ਮਾਂ ਵੀ ਧੀਰਜ ਨਾਲ ਬੋਲੀ। ਰਣਜੀਤ ਦਾ ਗੁੱਸਾ ਠੰਡਾ ਹੋਇਆ, ਪਰ ਉਹਦਾ ਮਨ ਸਹੁਰਿਆਂ ਵੱਲੋਂ ਖੱਟਾ ਹੋ ਗਿਆ। ਉਹਦਾ ਆਪਣੀ ਮਾਂ ਵੱਲ ਝੁਕਾਅ ਹੋਰ ਵੱਧ ਗਿਆ। ਰਣਜੀਤ ਸਰਬਜੀਤ ਨੂੰ ਆਪਣੇ ਘਰ ਲੈ ਆਇਆ। ਕੁਝ ਸਮੇਂ ਬਾਅਦ ਸਰਬਜੀਤ ਇੱਕ ਵਾਰ ਫਿਰ ਗਰਭਵਤੀ ਹੋ ਗਈ। ਹੁਣ ਤਾਂ ਸੱਸ ਦੇ ਵੀ ਰੰਗ ਢੰਗ ਬਦਲ ਗਏ। ਰਣਜੀਤ ਦੇ ਚਿਹਰੇ 'ਤੇ ਖੁਸ਼ੀ ਝਲਕ ਰਹੀ ਸੀ। ਹੁਣ ਸੋਚਿਆ ਕਿ ਸਰਬਜੀਤ ਦੇ ਘਰ ਪੁੱਤ ਜਨਮ ਲਵੇਗਾ, ਘਰ ਦਾ ਮਾਹੌਲ ਠੀਕ ਹੋ ਜਾਵੇਗਾ, ਰਣਜੀਤ ਦੀ ਪੀੜ੍ਹੀ ਚੱਲ ਪਵੇ। ਮਾਂ ਉਮੀਦ ਲਈ ਬੈਠੀ ਸੀ। ਕੁਝ ਮਹੀਨਿਆਂ ਬਾਅਦ ਸਰਬਜੀਤ ਦੇ ਰਿਸ਼ਟ-ਪੁਸ਼ਟ ਮੁੰਡੇ ਨੂੰ ਜਨਮ ਦਿੱਤਾ। ਘਰ ਵਿੱਚ ਖੂਬ ਖੁਸ਼ੀ ਕੀਤੀ ਗਈ। ਦੋਹਾਂ ਘਰਾਂ 'ਚ ਰੌਣਕ ਲੱਗੀ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਸਾਲ ਮਾਹੌਲ ਠੀਕ ਰਿਹਾ, ਫਿਰ ਕਲੇਸ਼ ਪੈਣਾ ਸ਼ੁਰੂ। ਜਿੱਥੇ ਰਣਜੀਤ ਦੀ ਮਾਂ ਦੀ ਦਖਲਅੰਦਾਜ਼ੀ, ਉੱਥੇ ਰਣਜੀਤ ਦੇ ਸਹੁਰਿਆਂ ਦੀ ਵੀ ਦਖਲਅੰਦਾਜ਼ੀ ਕਾਫੀ ਵੱਧ ਚੁੱਕੀ ਸੀ। ਸਰਬਜੀਤ ਦੀਆਂ ਗਲਤੀਆਂ ਵੱਲ ਧਿਆਨ ਨਹੀਂ ਦੇ ਰਹੇ ਸਨ, ਉਲਟਾ ਉਸ ਦਾ ਉਤਸ਼ਾਹ ਵਧਾ ਰਹੇ ਸਨ। ਦੋਨਾਂ ਪਰਿਵਾਰਾਂ ਵਿੱਚ ਟਕਰਾਅ ਵੱਧ ਗਿਆ। ਹੁਣ ਸਰਬਜੀਤ ਕੌਰ ਨੇ ਰਣਜੀਤ ਦੀ ਇੱਜ਼ਤ ਕਰਨੀ ਬਿਲਕੁਲ ਛੱਡ ਦਿੱਤੀ। ਤੂੰ ਕਰਕੇ ਬੋਲਦੀ। ਆਂਢ ਗੁਆਂਢ ਸਰਬਜੀਤ ਦੀਆਂ ਬੁਰਾਈਆਂ ਦੀ ਗੱਲ ਸ਼ੁਰੂ ਹੋ ਗਈ। ਇੱਕ ਦਿਨ ਲੜਾਈ ਦੀ ਹੱਦ ਹੋ ਗਈ। ਰਣਜੀਤ ਨੇ ਸਰਬਜੀਤ ਨੂੰ ਕੁੱਟਿਆ ਤੇ ਆਵਾਜ਼ ਸੁਣ ਕੇ ਆਂਢ ਗੁਆਂਢ ਇਕੱਠਾ ਹੋ ਗਿਆ। ਬੜੀ ਮੁਸ਼ਕਲ ਨਾਲ ਮਾਹੌਲ ਸ਼ਾਂਤ ਕੀਤਾ ਗਿਆ। ਸਰਬਜੀਤ ਨੇ ਕੁਝ ਦਾ ਖਾਧਾ ਪੀਤਾ, ਗੁੱਸੇ ਵਿੱਚ ਘਰ ਪਿਆ ਮਿੱਟੀ ਦਾ ਤੇਲ ਆਪਣੇ ਉੱਪਰ ਸੁੱਟ ਕੇ ਆਪਣੇ ਆਪ ਨੂੰ ਅੱਗ ਲਾ ਲਈ। ਲੜਾਈ ਕਾਰਨ ਰਣਜੀਤ ਵਿਹੜੇ ਵਿੱਚ ਜਾ ਪਿਆ। ਜਦ ਅੱਗ ਦਾ ਸੇਕ ਲੱਗਿਆ ਤਾਂ ਸਰਬਜੀਤ ਚੀਕਾਂ ਮਾਰਨ ਲੱਗੀ। ਰਣਜੀਤ ਇੱਕਦਮ ਉੱਠਿਆ ਤਾਂ ਰਾਤ ਦੇ ਵੇਲੇ ਲੋਕ ਇਕੱਠੇ ਹੋ ਗਏ। ਕਿਸੇ ਤਰੀਕੇ ਨਾਲ ਅੱਗ 'ਤੇ ਕਾਬੂ ਪਾ ਲਿਆ। ਸਰਬਜੀਤ ਦੇ ਮਾਸੀ ਮਾਸੜ ਵੀ ਆ ਗਏ ਤੇ ਉਸ ਵੇਲੇ ਸਰਬਜੀਤ ਨੂੰ ਹਸਪਤਾਲ ਖੜਿਆ ਗਿਆ। ਸਰਬਜੀਤ ਦੇ ਪੇਕੇ ਸਭ ਪਤਾ ਲੱਗਣ ਤੇ ਹਸਪਤਾਲ ਪੁੱਜ ਗਏ। ਰਣਜੀਤ ਸਿੰਘ ਦੇ ਸਾਲੇ ਖੜਕ ਸਿੰਘ ਨੇ ਰਣਜੀਤ ਸਿੰਘ ਨੂੰ ਗਲ ਤੋਂ ਫੜ ਲਿਆ ਤੇ ਸਾਡੀ ਭੈਣ ਸਾੜ ਦਿੱਤੀ, ਛੱਡਣਾ ਤੈਨੂੰ ਵੀ ਨਹੀਂ। ਤੇਰੇ ਪੂਰੇ ਖਾਨਦਾਨ ਨੂੰ ਤਬਾਹ ਨਾ ਕੀਤਾ ਤਾਂ ਅਸੀਂ ਵੀ ਜੱਟਾਂ ਦੇ ਪੁੱਤ ਨਹੀਂ। ਇਹ ਲਫ਼ਜ਼ ਕਹਿੰਦਿਆਂ ਖੜਕ ਸਿੰਘ ਨੇ ਰਣਜੀਤ ਦੇ ਘਸੁੰਨ ਛੱਡ ਦਿੱਤਾ। ਅੱਗੋਂ ਰਣਜੀਤ ਕਿਹੜਾ ਘੱਟ ਸੀ, ਬਦਲੇ ਵਿੱਚ ਉਹਨੇ ਵੀ ਖੜਕ ਸਿੰਘ ਦੇ ਚਪੇੜਾਂ ਕੱਢ ਮਾਰੀਆਂ। ਸਰਬਜੀਤ ਦੀ ਮਾਂ ਤੇ ਭਰਜਾਈ ਨੇ ਰਣਜੀਤ ਦੀ ਮਾਂ ਨੂੰ ਗੁੱਤੋਂ ਫੜ ਲਿਆ। ਗੁੱਸੇ ਵਿੱਚ ਚੀਖ ਕੇ ਇੱਕ ਦੂਜੇ 'ਤੇ ਅੱਗ ਵਰਾਉਂਦੀਆਂ ਬੋਲੀਆਂ, ਕੁੱਤੀਏ ਕੰਜਰੀਏ ਰੰਡੀਏ ਰੰਨੇ, ਤੂੰ ਸਾਡੀ ਸਰਬਜੀਤ ਨੂੰ ਸਾੜ ਕੇ ਮਾਰ ਦਿੱਤਾ, ਬਚੇਂਗੀ ਤੂੰ ਵੀ ਨਹੀਂ। ਕੰਜਰਾਂ ਦਾ ਸਾਰਾ ਟੱਬਰ ਜੇਲ੍ਹ 'ਚ ਚੱਕੀ ਪੀਸੇਗਾ। ਇੱਕ ਤਾਂ ਸਰਬਜੀਤ ਸੜੀ ਪਈ ਸੀ, ਦੂਜਾ ਇਹ ਲੜਾਈ ਝਗੜਾ। ਮਰਨ ਮਾਰਨ ਆਏ ਹੋਏ ਸੀ। ਹਾਜ਼ਰ ਲੋਕਾਂ ਨੇ ਬੜੀ ਮੁਸ਼ਕਲ ਨਾਲ ਵਾਤਾਵਰਣ ਨੂੰ ਸ਼ਾਂਤ ਕੀਤਾ। ਰਾਤ ਲੰਘੀ, ਕਈ ਦਿਨ ਬੀਤ ਗਏ। ਸਰਬਜੀਤ ਕਾਫੀ ਹੱਦ ਤੱਕ ਸੜ ਚੁੱਕੀ ਸੀ। ਖੜਕ ਸਿੰਘ, ਉਹਦੀ ਜਨਾਨੀ, ਮਾਂ, ਚਾਚਾ, ਮਾਮਾ ਸਭ ਰਣਜੀਤ ਅਤੇ ਉਹਦੇ ਪਰਿਵਾਰ ਨੂੰ ਫਾਹੇ ਲਗਾਉਣ ਦੇ ਹੱਕ ਵਿੱਚ ਸਨ। ਕਾਰਨ ਇੱਕ ਤਾਂ ਕੁੜੀ ਕਰੂਪ ਹੋ ਚੁੱਕੀ ਸੀ, ਦੂਜਾ ਉਹਦੇ ਮੁੰਡੇ ਦੀ ਦੇਖਭਾਲ ਅਤੇ ਉਹਦੇ ਭਵਿੱਖ ਦਾ ਫਿਕਰ। ਸਰਬਜੀਤ ਦੇ ਪਿਓ ਨੇ ਸਰਬਜੀਤ ਨੂੰ ਕਿਹਾ, ਦੇਖ ਪੁੱਤ, ਜੋ ਹੋਣਾ ਸੀ ਹੋ ਗਿਆ। ਤੇਰਾ ਮੁੰਡਾ ਠੀਕ ਠਾਕ ਰਹੇ। ਤੂੰ ਪੁਲਿਸ ਨੂੰ ਇਹ ਬਿਆਨ ਦੇਈ ਕਿ ਰੋਟੀ ਪਕਾਉਂਦੇ ਅੱਗ ਲੱਗ ਗਈ। ਕਿਸੇ ਦਾ ਨਾਮ ਨਾ ਲਈ। ਠੀਕ ਹੈ ਪਾਪਾ ਜੀ, ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੀ। ਪਰ ਪਾਪਾ ਜੀ, ਉਹਨਾਂ ਨੇ ਮੇਰੇ ਨਾਲ ਘੱਟ ਨਹੀਂ ਕੀਤੀ, ਉਹ ਤਾਂ ਸਭ ਪਤਾ ਹੈ। ਫਿਰ ਵੀ ਬੇਟਾ, ਰਹਿਣਾ ਤਾਂ ਤੂੰ ਉਸੇ ਘਰ ਵਿੱਚ ਆ। ਸਰਬਜੀਤ ਦੇ ਬਿਆਨ ਨਾਲ ਰਣਜੀਤ ਤੇ ਉਹਦਾ ਪਰਿਵਾਰ ਬਚ ਗਿਆ। ਹੁਣ ਤਾਂ ਰਣਜੀਤ ਦੇ ਪਰਿਵਾਰ ਨੇ ਗੱਲ ਮਨ ਵਿੱਚ ਪੱਕੀ ਧਾਰ ਲਈ ਕਿ ਕਿਸੇ ਵੀ ਕੀਮਤ 'ਤੇ ਸਰਬਜੀਤ ਨੂੰ ਘਰ ਨਹੀਂ ਲਿਆਉਣਾ, ਉਸ ਕੋਲੋਂ ਛੁਟਕਾਰਾ ਪਾ ਲੈਣਾ। ਕਾਫੀ ਸਮਾਂ ਸਰਬਜੀਤ ਹਸਪਤਾਲ ਵਿੱਚ ਰਹੀ, ਫਿਰ ਆਪਣੇ ਮਾਪਿਓ ਦੇ ਘਰ ਆ ਗਈ। ਮਾਪਿਓ ਨੇ ਮਾਸੀ ਮਾਸੜ ਵਿਚੋਲਿਆਂ ਨੂੰ ਸੱਦਿਆ ਤੇ ਉਹਨਾਂ ਦੇ ਹੱਥ ਸੁਨੇਹਾ ਭੇਜਿਆ ਕਿ ਆ ਕੇ ਸਰਬਜੀਤ ਤੇ ਮੁੰਡੇ ਨੂੰ ਲੈ ਜਾਓ। ਰਣਜੀਤ ਨੇ ਮਾਂ ਦੇ ਲਫ਼ਜ਼ ਸਨ, ਹੁਣ ਚਾਹੇ ਜੋ ਮਰਜ਼ੀ ਹੋ ਜਾਵੇ, ਅਸੀਂ ਸਰਬਜੀਤ ਨੂੰ ਇਸ ਘਰ ਵਿੱਚ ਪੈਰ ਨਹੀਂ ਰੱਖਣ ਦੇਣਾ। ਪਹਿਲਾਂ ਹੀ ਮਸਾਂ ਬਚੇ ਹਾਂ, ਇਸ ਦਾ ਕੀ ਪਤਾ ਹੁਣ ਤਾਂ ਤਲਾਕ ਹੋ ਕੇ ਹੀ ਰਹੇਗਾ। ਕੁਝ ਮਹੀਨੇ ਹੋਰ ਬੀਤ ਗਏ, ਗੱਲ ਸਿਰੇ ਚੜ੍ਹਦੀ ਨਜ਼ਰ ਨਾ ਆ ਰਹੀ ਸੀ। ਸਰਬਜੀਤ ਦੇ ਮਾਪਿਓ ਨੇ ਪੁਲਿਸ ਵਿੱਚ ਰਣਜੀਤ ਦੇ ਉਹਦੇ ਪਰਿਵਾਰ ਦੇ ਵਿਰੋਧ ਪਰਚਾ ਪਾ ਦਿੱਤਾ। ਪੁਲਿਸ ਰਣਜੀਤ ਨੂੰ ਫੜ ਕੇ ਲੈ ਗਈ। ਕੁਝ ਸਮੇਂ ਬਾਅਦ ਰਣਜੀਤ ਫਿਰ ਆ ਗਿਆ। ਵਕੀਲ ਰਾਹੀਂ ਕੇਸ ਕਰ ਦਿੱਤਾ ਗਿਆ।
ਅਦਾਲਤ ਵਿੱਚ ਤਰੀਕਾਂ ਤੇ ਰਣਜੀਤ ਉਹਦਾ ਪਰਿਵਾਰ ਪੇਸ਼ ਨਾ ਹੋਇਆ। ਕਾਫੀ ਸਮਾਂ ਲੰਘ ਗਿਆ। ਪੁਲਿਸ ਘਰ ਵਿੱਚ ਛਾਪੇ ਮਾਰਦੀ ਰਣਜੀਤ ਤੇ ਉਹਦਾ ਪਰਿਵਾਰ ਭਗੌੜਾ ਹੋ ਗਿਆ। ਕਈ ਹਫ਼ਤਿਆਂ ਬਾਅਦ ਘਰ ਵਾਪਸ ਆਇਆ। ਅੰਤ ਪਰ ਪੰਚਾਇਤ ਫੈਸਲਾ ਕਰ ਗਏ। ਰਣਜੀਤ ਸਿਆਂ, ਤੇਰਾ ਕੀ ਫੈਸਲਾ? ਜੇ ਤੂੰ ਆਪਣੀ ਜਨਾਨੀ ਘਰ ਰੱਖਣੀ ਚਾਹੁੰਦਾ ਤਾਂ ਲੈ ਆ, ਜੇ ਨਹੀਂ ਰੱਖਣੀ ਚਾਹੁੰਦਾ ਤਾਂ ਵੀ ਦੱਸ। ਪੰਚਾਇਤ ਦਾ ਫੈਸਲਾ ਸਿਰ ਮੱਥੇ। ਭਰੀ ਪੰਚਾਇਤ ਵਿੱਚ ਮੈਂ ਸਵੀਕਾਰ ਕਰਦਾ, ਮੈਂ ਕਿਸੇ ਵੀ ਕੀਮਤ 'ਤੇ ਸਰਬਜੀਤ ਨੂੰ ਨਹੀਂ ਰੱਖਣਾ। ਮੇਰੇ ਸਹੁਰਿਆਂ ਨੇ ਬਾਰ-ਬਾਰ ਛਾਪੇ ਮਰਵਾ ਕੇ ਮੈਨੂੰ ਜੇਲ੍ਹ ਵਿੱਚ ਕਰਵਾਇਆ। ਮੈਂ ਜਨਾਨੀ ਕਿਉਂ ਨਹੀਂ ਰੱਖਣੀ ਇਹ ਸਭ ਨੂੰ ਪਤਾ, ਦੱਸਣ ਦੀ ਜ਼ਰੂਰਤ ਨਹੀਂ। ਸਭ ਨੂੰ ਪਤਾ ਹੈ ਕਿ ਪਹਿਲਾਂ ਇਸ ਨੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਲਈ, ਕੱਲ੍ਹ ਨੂੰ ਫਿਰ ਆਪਣੇ ਆਪ ਨੂੰ ਅੱਗ ਲਾ ਲਵੇ ਤਾਂ ਅਸੀਂ ਤਾਂ ਫਿਰ ਬੱਝੇ ਨਹੀਂ ਛੁੱਟ ਸਕਦੇ। ਜੇ ਇਹ ਕੁੜੀ ਨਹੀਂ ਰੱਖਣਾ ਚਾਹੁੰਦਾ ਤਾਂ ਫਿਰ ਤੈਨੂੰ ਹਰਜਾਨਾ ਭਰਨਾ ਪਵੇਗਾ, ਸਾਰੇ ਦਾ ਸਾਰਾ ਸਮਾਨ ਵਾਪਸ ਕਰਨਾ ਪਵੇਗਾ। ਮੁੰਡਾ ਵੀ ਆਪਣੇ ਕੋਲ ਰੱਖੇ। ਅਸੀਂ ਇਹਦੇ ਮੁੰਡੇ ਦਾ ਠੇਕਾ ਨਹੀਂ ਲਿਆ। ਗੁੱਸੇ 'ਚ ਭਰੇ ਖੜਕ ਸਿੰਘ ਦੇ ਬੋਲ ਸਨ। ਹਰਜਾਨਾ ਰਣਜੀਤ ਸਿੰਘ ਨੂੰ ਭਰਨਾ ਹੀ ਪਵੇਗਾ। ਬਾਕੀ ਵਿਆਹ ਕਾਫੀ ਸਮਾਂ ਹੋ ਗਿਆ। ਜਿਹੜਾ ਸਮਾਨ ਠੀਕ ਹੈ ਉਹ ਵਾਪਸ ਕੀਤਾ ਜਾਵੇ। ਪੰਚਾਇਤ ਦੇ ਫੈਸਲੇ ਅਨੁਸਾਰ ਅਦਾਲਤ ਦੇ ਬਾਹਰ ਹੀ ਰਣਜੀਤ ਸਿੰਘ ਤੇ ਸਰਬਜੀਤ ਦਾ ਤਲਾਕ ਹੋ ਗਿਆ। ਸਮਾਨ ਵਾਪਸ ਕੀਤਾ ਗਿਆ। ਹਰਜਾਨੇ ਦੀ ਰਕਮ ਕਿਸ਼ਤਾਂ ਤੇ ਦੇਣੀ ਕਰ ਲਈ। ਠੀਕ ਸਮਾਨ ਰਣਜੀਤ ਦੇ ਸਹੁਰੇ ਲੈ ਗਏ। ਕੁਝ ਮਹੀਨੇ ਹਰਜਾਨੇ ਦੀ ਕਿਸ਼ਤ ਦਿੱਤੀ ਗਈ। ਫਿਰ ਹੌਲੀ-ਹੌਲੀ ਹਰਜਾਨਾ ਦਿੰਦਾ ਰਿਹਾ ਰਣਜੀਤ। ਦੋਸਤੋ, ਤੁਹਾਨੂੰ ਕੀ ਲੱਗਦਾ ਇਸ ਕਹਾਣੀ ਵਿੱਚ ਕਿਸ ਦਾ ਕਸੂਰ ਹੈ? ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਿਓ ਜੀ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ।